ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਰਾਂਮਾਹਾਂ ਦੀ ਬਾਣੀ ਦੇ ਵਿੱਚੋਂ ਅਸੀਂ ਜੋ ਸ਼ਬਦਾਂ ਦੇ ਵਿਚਾਰ ਕਰ ਰਹੇ ਹਾਂ, ਪੋਹ ਦੇ ਮਹੀਨੇ ਦੀ ਵਿਚਾਰ ਪਿਛਲੀ ਵਾਰੀ ਅਸੀਂ ਮੰਗਰ ਦੇ ਮਹੀਨੇ ਦੀ ਵਿਚਾਰ ਕੀਤੀ ਸੀ। ਉਸ ਤੋਂ ਅੱਗੇ ਜਿਹੜਾ ਸ਼ਬਦ ਹੈ ਮਾਝ ਰਾਗ ਦੇ ਵਿੱਚ ਮਹਿਲਾ ਪੰਜਵਾਂ ਗੁਰੂ ਅਰਜਨ ਪਾਤਸ਼ਾਹ ਜੋ ਉਚਾਰਿਆ ਹੋਇਆ 12 ਮਾਹ ਦਾ ਜਿਹੜਾ ਕਨਸੈਪਟ ਹੈ, ਜੋ ਬਾਣੀ ਹੈ, ਇਹਦੇ ਵਿੱਚ ਪੋਖ ਦੀ ਵਿਚਾਰ ਹੈ। ਪੋਖ ਤੁਖਾਰ ਨਾ ਵਿਆਪਈ, ਕੰਠ ਮਿਲਿਆ ਹਰ ਨਾ, ਮਨ ਬੇਦਿਆ ਚਰਨਾਰ ਬਿੰਦ, ਦਰਸ਼ਨ ਲਗਣਾ ਸਾਹ। ਓਟ ਗਈ ਗੋਪਾਲ ਰਾਏ, ਓਟ ਗੋਬਿੰਦ ਗੋਪਾਲ ਰਾਏ, ਸੇਵਾ ਸੁਆਮੀ ਲਾਹ। ਵਿਖਿਆ ਪੋਹ ਨ ਸਕਈ, ਮਿਲ ਸਾਧੂ ਗੁਣ ਗਾਹ। ਜਹ ਤੇ ਉਪਜੀ ਤਹ ਮਿਲੀ, ਸੱਚੀ ਪ੍ਰੀਤ ਸਮਾਹੋ। ਕਰ ਗੈ ਲੀਨੀ ਪਾਰ ਬ੍ਰਹਮ, ਬਹੁੜ ਨ ਵਿਛੜੀਆ। ਬਾਰ ਜਾਉ ਲਖ ਬੇਰੀਆ, ਹਰ ਸੱਜਣ ਅਗਮ ਅਗਾਹ। ਸਰਣ ਪਈ ਨਾਰਾਇਣੇ, ਨਾਨਕ ਦਰ ਪਰੀਆਂ। ਪੋਖ ਸੁਹੰਦਾ ਸਰਬ ਸੁਖ, ਜਿਸ ਬਖਸ਼ੇ ਵੇ ਪ੍ਰਵਾਹ। ਚੌਦਾਂ ਸ਼ਬਦਾਂ ਦਾ ਇਹ ਬਾਣੀ ਹੈ, ਸੈੱਟ ਹੈ ਕੰਪਲੀਟ। ਔਰ ਜੋ ਇਹਦੇ ਸਿਧਾਂਤ ਦਿੱਤਾ ਗਿਆ ਹੈ, ਇੱਕ ਆਤਮਾ ਦਾ ਪਰਮਾਤਮਾ ਦਾ ਜਿਹੜਾ ਰੱਬੀ ਮਿਲਨ ਦੀ ਪੂਰੀ ਇੱਕ ਯਾਤਰਾ ਹੈ। ਔਰ ਬੜਾ ਹੀ ਖੂਬਸੂਰਤ ਇਹਦੇ 'ਚ ਵਰਣਨ ਹੈ ਇਨਸਾਨ ਦੇ ਜ਼ਿੰਦਗੀ ਦਾ, ਔਰ ਇੱਕ ਪੂਰੀ ਸੀਕੁਐਂਸ ਹੈ। ਜਦ ਇੱਕ ਪੂਰਾ ਇੱਕ ਸੈੱਟ ਹੈਗਾ, ਪੂਰੀ 14 ਸ਼ਬਦਾਂ ਦਾ ਸੈੱਟ ਹੈ, ਤੇ ਇਹਦਾ ਮਤਲਬ ਇੱਕ ਦੇ ਨਾਲ ਦੂਸਰਾ ਕਨੈਕਟਿਡ ਹੈ। ਪੂਰੀ ਇੱਕ ਸੀਕੁਐਂਸ ਦੇ ਵਿੱਚ ਸਾਰੀਆਂ ਗੱਲਾਂ ਕੀਤੀਆਂ ਗਈਆਂ। ਔਰ ਇਸ ਸੀਕੁਐਂਸ ਨੂੰ ਸਮਝਣ ਵਾਸਤੇ, ਕਿਉਂਕਿ ਇਹ ਸਾਰੀ ਅੰਦਰ ਦੀ ਰੁੱਤ ਦੀ ਗੱਲ ਹੈ, ਬਾਹਰ ਦੀ ਰੁੱਤ ਤੇ ਕੁਦਰਤ ਦੇ ਨਿਯਮ ਦੇ ਵਿੱਚ ਜਿਹੜੀ ਆਉਂਦੀ ਹੈ, ਬਦਲਦੀ ਰਹਿੰਦੀ ਹੈ, ਉਹ ਇੱਕ ਨਿਯਮ ਹੈ, ਚੱਲਦਾ ਰਹਿੰਦਾ। ਲੇਕਿਨ ਜਿਹੜੇ ਅੰਦਰ ਦੀ ਰੁੱਤ, ਜਿਹੜੀ ਇਸ 12 ਮਾਹ ਦੀ ਬਾਣੀ ਦੇ ਵਿੱਚ ਗੱਲ ਕੀਤੀ ਗਈ ਹੈ, ਉਹ ਅੰਦਰ ਦੀ, ਕਿ ਅੰਦਰ ਤੇਰੀ ਕਿਹੜੀ ਰੁੱਤ ਬਦਲਦੀ ਹੈ। ਕਦੋਂ ਇਨਸਾਨ ਗਰਮ ਹੋ ਜਾਂਦਾ, ਕਦੋਂ ਠੰਡਾ ਹੋ ਜਾਂਦਾ, ਕਦੋਂ ਇਹਦੇ ਵਿੱਚ ਭਾਦੋ ਦਾ ਮੌਸਮ ਆ ਜਾਂਦਾ, ਕਦੋਂ ਇਹਦੇ ਵਿੱਚ ਸਾਵਣ ਵਸਦਾ। ਇਹ ਸਾਰੀਆਂ ਅੰਦਰ ਦੀ ਰੁੱਤਾਂ ਦੀ ਗੱਲ ਹੈ। ਬਾਹਰ ਦੀ ਰੁੱਤ ਦਾ ਕੋਈ ਕੰਸਰਨ ਨਹੀਂ ਹੈਗਾ। ਅਸੀਂ ਕਈ ਵਾਰੀ ਗੱਲ ਕਰ ਚੁੱਕੇ ਹਾਂ ਕਿ ਬਾਹਰ ਦੀ ਸੰਗਰਾਂਦ ਦਾ ਸਿੱਖ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਸੰਗਰਾਂਦ ਸਿੱਖੀ ਦਾ ਕਨਸੈਪਟ ਨਹੀਂ ਹੈ। ਜ਼ਬਰਦਸਤੀ ਸਾਡੇ ਉੱਤੇ ਥੱਪਿਆ ਗਿਆ, ਮੜਿਆ ਗਿਆ, ਇਹ ਕੀਤਾ ਗਿਆ। ਅਦਰਵਾਈਜ਼ ਸਾਡੇ ਵਿੱਚ ਕੋਈ ਸੰਗਰਾਂਦ ਦਾ ਦਿਨ ਦਾ ਮਨਾਉਣ ਦਾ ਕੋਈ ਵੀ ਸਿਧਾਂਤ ਸਿੱਖੀ ਦਾ ਨਹੀਂ ਹੈਗਾ। ਬਿਲਕੁਲ ਕਲੀਅਰ ਹੈ। ਬਾਹਰ ਦੀ ਰੁੱਤ ਦਾ ਅਸਰ ਜਿਹੜਾ ਹੈਗਾ ਉਹ ਅੰਦਰ ਨਹੀਂ ਪੈਂਦਾ, ਅਗਰ ਅੰਦਰ ਉਹ ਠੀਕ ਹੋਏ ਤੇ। ਸਾਰੀ ਗੱਲ ਅੰਦਰ ਦੀ ਕੀਤੀ ਹੋਈ ਹੈ। ਲੇਕਿਨ ਜੋ ਸਾਨੂੰ ਸਮਝਾਇਆ ਗਿਆ, ਜਿਸ ਤਰ੍ਹਾਂ ਸਾਨੂੰ ਦੱਸਿਆ ਗਿਆ, ਉਹ ਬਿਲਕੁਲ ਉਸ ਸਿਧਾਂਤ ਤੋਂ ਵੱਖਰੀ ਤੇ ਅਨੋਖੀ ਤੇ ਬਿਲਕੁਲ ਅਪੋਜ਼ਿਟ ਗੱਲ ਕੀਤੀ ਗਈ। ਜਿਸ ਤਰੀਕੇ ਦੇ ਨਾਲ ਸਾਨੂੰ ਸਾਡੇ ਪ੍ਰਚਾਰਕਾਂ ਨੇ, ਜਾਂ ਸਾਨੂੰ ਜਿਸ ਤਰੀਕੇ ਦੇ ਨਾਲ ਗੁਰਦੁਆਰੇ ਦੀ ਸਟੇਜਾਂ ਤੇ, ਜਾਂ ਜੋ ਵੀ ਸਾਨੂੰ ਤਰੀਕੇ ਨਾਲ ਇਸ 12 ਮਾਹ ਦੇ ਸਿਧਾਂਤ ਨੂੰ ਗੱਲ ਕੀਤੀ ਗਈ, ਜੋ ਇਹਦੀ ਵਿਆਖਿਆ, ਜੋ ਇਹਦੀ ਵਿਚਾਰ ਕੀਤੀ ਗਈ, ਉਹ ਇਹਦੇ ਐਕਚੁਅਲ ਸਿਧਾਂਤ ਤੋਂ ਬਿਲਕੁਲ ਅਲੱਗ ਸੀ। ਉਹਦਾ ਬਿਲਕੁਲ ਬੇਸਿਕ ਜਿਹੜਾ ਉਹਦੇ ਵਿੱਚ ਇੱਕ ਰੂਹਾਨੀਅਤ ਦੀ ਜਿਹੜੀ ਗੱਲ ਸੀ ਨਾ, ਉਹ ਰੂਹਾਨੀਅਤ ਦੀ ਗੱਲ ਖਤਮ ਹੀ ਕਰ ਦਿੱਤੀ ਗਈ। ਉਹ ਹੋਰ ਦਾ ਹੋਰ ਹੀ ਬਣ ਗਿਆ ਕੁਝ। ਇਸ ਤਰ੍ਹਾਂ ਹੀ ਹੋਇਆ ਜਿਸ ਤਰ੍ਹਾਂ ਗੱਲ ਦੇ ਇਹਦੇ 'ਚ ਰੂਹਾਨੀਅਤ ਦੀ, ਲੇਕਿਨ ਇਹਨੂੰ ਘੁਮਾ ਦਿੱਤਾ ਗਿਆ ਕਿਸੇ ਹੋਰ ਪਾਸੇ। ਇਸ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਇੱਕ ਨਾ ਥੋੜੀ ਪਾਰਟੀ ਹੋਈ 4-5 ਬੰਦਿਆਂ ਦੀ। ਉਹਨਾਂ ਨੇ ਆਪਣੇ ਘਰ ਦੇ ਵਿੱਚ ਖਾਣਾ ਪੀਣ ਦਾ ਇੱਕ ਪ੍ਰੋਗਰਾਮ ਰੱਖਿਆ। 4-5 ਦੋਸਤਾਂ ਨੇ, ਉਹ ਦੋਸਤ ਇਕੱਠੇ ਹੋਏ, ਉਹਨਾਂ ਨੇ ਖਾਣ ਪੀਣ ਦਾ ਪ੍ਰੋਗਰਾਮ ਰੱਖਿਆ, ਕਈ ਚੀਜ਼ਾਂ। ਤੇ ਉਹਦੇ ਵਿੱਚ ਇੱਕ ਦੋਸਤ ਜਿਹੜਾ ਸੀ, ਉਹ ਅੱਖਾਂ ਤੋਂ ਅੰਨਾ ਸੀ, ਨਜ਼ਰ ਨਹੀਂ ਸੀ ਆਉਂਦਾ ਉਹਨੂੰ। ਜਦੋਂ ਖਾਣ ਪੀਣ ਦਾ ਸਮਾਨ ਰੱਖਿਆ ਗਿਆ, ਇੱਕ ਮਿਠਾਈ ਉਹਨਾਂ ਨੇ ਲਿਆ ਕੇ ਰੱਖੀ, ਔਰ ਮਿਠਾਈ ਉਹ ਇੰਨੀ ਸਵਾਦ ਸੀ। ਉਹ ਅੰਨਾ ਕਹਿੰਦਾ ਕਮਾਲ ਦੀ ਹੈ ਤੇ ਮਿਠਾਈ ਹੈ, ਕੀ ਚੀਜ਼ ਹੈਗੀ ਹੈ, ਕਿਸ ਤਰ੍ਹਾਂ ਬਣੀ ਹੈ, ਇੰਨੀ ਸਵਾਦ ਹੈਗੀ ਹੈ। ਤੇ ਉਹਦੇ ਵਿੱਚ ਇੱਕ ਦੋਸਤ ਕਹਿੰਦਾ ਇਹ ਮਿਠਾਈ ਜਿਹੜੀ ਹੈ ਨਾ, ਦੁੱਧ ਦੀ ਬਣੀ ਹੈ। ਉਹ ਕਹਿੰਦਾ ਮੈਂ ਤੇ ਜਨਮ ਤੋਂ ਹੀ ਅੰਨਾ ਹੈਗਾ, ਹੁਣ ਮੈਂ ਕਿਸ ਤਰ੍ਹਾਂ ਸਮਝਾਂ ਦੁੱਧ ਕਿਹੋ ਜਿਹਾ ਹੁੰਦਾ। ਮੈਨੂੰ ਦੱਸੋ ਤਾਂ ਸਹੀ, ਕਿਹੜੀ ਦੁੱਧ ਕਿਹੋ ਜਿਹਾ ਹੁੰਦਾ, ਕੀ ਚੀਜ਼ ਹੁੰਦੀ ਹੈ ਦੁੱਧ ਕਿਹੋ ਜਿਹਾ ਹੁੰਦਾ।
ਹੁਣ ਦੂਸਰਾ ਦੋਸਤ ਨੂੰ ਸਮਝਾਉਂਦਾ, ਕਹਿੰਦਾ ਇਸ ਤਰ੍ਹਾਂ ਹੈਗਾ, ਮੈਂ ਤੁਹਾਨੂੰ ਦੱਸਣਾ, ਦੁੱਧ ਹੁੰਦਾ ਬਿਲਕੁਲ ਬਗਲੇ ਵਾਕਣ ਚਿੱਟਾ ਦੁੱਧ, ਬਿਲਕੁਲ ਬਗਲੇ ਵਾਕਣ ਹੁੰਦਾ। ਉਹ ਕਹਿੰਦਾ ਇਹ ਤੇ ਹੋਰ ਮੁਸ਼ਕਿਲ ਕਰ ਦਿੱਤੀ, ਮੈਂ ਦੁੱਧ ਨਹੀਂ ਸਮਝਿਆ, ਮੈਨੂੰ ਬਗਲਾ ਨਹੀਂ ਦੇਖਿਆ, ਮੈਂ ਦੁੱਧ ਨਹੀਂ ਦੇਖਿਆ, ਮੈਂ ਬਗਲਾ ਕਿੱਥੋਂ ਦੇਖਿਆ, ਬਗਲਾ ਕਿਹੋ ਜਿਹਾ ਹੁੰਦਾ? ਉਹ ਕਹਿੰਦਾ ਮੈਂ ਦੱਸਣਾ ਬਗਲਾ ਕਿਹੋ ਜਿਹਾ ਹੁੰਦਾ। ਉਹਦਾ ਹੱਥ ਇਸ ਤਰ੍ਹਾਂ ਕਰਦਾ, ਕਹਿੰਦਾ ਤੂੰ ਇਸ ਤਰ੍ਹਾਂ ਹੱਥ ਮੋੜ, ਕਹਿੰਦਾ ਇਹ ਦੇਖ, ਇਹ ਬਗਲੇ ਦੀ ਚੁੰਝ ਹੁੰਦੀ ਹੈ, ਔਰ ਇਹ ਬਗਲੇ ਦੀ ਗਰਦਨ ਹੁੰਦੀ ਹੈ ਇਸ ਤਰ੍ਹਾਂ ਲੰਬੀ, ਇਹ ਇਸ ਤਰ੍ਹਾਂ ਬਗਲਾ ਹੁੰਦਾ। ਉਹ ਕਹਿੰਦਾ ਹਾਂ ਹੁਣ ਮੈਨੂੰ ਸਮਝ ਆ ਗਈ, ਦੁੱਧ ਜਿਹੜਾ ਹੈ ਉਹ ਬਗਲੇ ਵਾਕਣ ਹੁੰਦਾ, ਹੁਣ ਮੈਨੂੰ ਸਮਝ ਆ ਗਈ। ਇਸ ਤਰ੍ਹਾਂ ਸਾਨੂੰ ਇਹ 12 ਮਾਹ ਦਾ ਸਿਧਾਂਤ ਸਮਝਾਇਆ ਗਿਆ ਕਿ ਗੱਲ ਸੀ ਰੂਹਾਨੀਅਤ ਦੀ, ਔਰ ਕੀ ਦਾ ਕੀ ਬਣਾ ਕੇ ਸਾਨੂੰ ਸਮਝਾਇਆ ਗਿਆ। ਔਰ ਇਹਦਾ ਇਸ ਤਰ੍ਹਾਂ ਸਮਝਾਇਆ ਗਿਆ ਜਿਸ ਨਾਲ ਬੀਬੀਆਂ ਆਉਂਦੀਆਂ, ਬਜ਼ੁਰਗ ਆਉਂਦੇ ਨੇ ਮਹੀਨੇ ਬਾਅਦ, ਬਸ ਉਹਦੇ 'ਚ ਨਾਮ ਆਇਆ ਅਸਾੜ ਤਪੰਦਾ ਤਿਸ ਲੱਗੇ। ਉਹ ਸਮਝਾਇਆ ਗਿਆ ਜਿਨ੍ਹਾਂ ਨੂੰ ਅੰਦਰ ਰੱਬ ਦਾ ਨਾਂ ਨਹੀਂ ਲੈਂਦੇ, ਸਿਮਰਨ ਨਹੀਂ ਕਰਦੇ, ਉਹਨੂੰ ਬੜੀ ਧੁੱਪ ਲੱਗਦੀ ਹੈ। ਦੱਸੋ ਇਹ ਬਾਹਰ ਜਾਓ ਤੇ ਉਹ ਗੱਲ ਮੈਚ ਨਹੀਂ ਕਰਦੀ। ਧੁੱਪ ਤੇ ਸਾਰਿਆਂ ਨੂੰ ਲੱਗਦੀ ਹੈ, ਗਰਮੀ ਸਾਰਿਆਂ ਨੂੰ ਲੱਗਦੀ ਹੈ। ਹੁਣ ਸਮਝਾਇਆ ਕੀ ਗਿਆ ਸਾਨੂੰ? ਬਸ ਉਹ ਦੁੱਧ ਬਗਲੇ ਵਾਕਣ ਹੁੰਦਾ ਇਸ ਤਰ੍ਹਾਂ, ਬਸ ਵਰਡ ਆ ਗਿਆ, ਉਹਦੇ 'ਚ ਲਫ਼ਜ਼ ਆ ਗਿਆ, ਅਸੀਂ ਉਸ ਤਰ੍ਹਾਂ ਹੀ ਸਮਝਿਆ। ਔਰ ਆ ਕੇ ਇੱਥੇ ਮਹੀਨਾ ਸੁਣਾ ਦਿਓ। ਉਹ ਮਹੀਨਾ ਸੁਣਾਉਣ ਦਾ ਸਾਨੂੰ ਇਸ ਤਰ੍ਹਾਂ ਕਨਸੈਪਟ ਬਣ ਗਿਆ। ਮਹੀਨੇ ਬਾਅਦ ਅਸੀਂ ਆਉਂਦੇ ਹਾਂ, ਭਾਈ ਸਾਹਿਬ ਨੇ ਵੀ ਪੜ੍ਹ ਕੇ ਸੁਣਾ ਦਿੱਤਾ 12 ਮਾਹ ਦੀ ਬਾਣੀ ਨੂੰ ਜਿਸ ਤਰ੍ਹਾਂ ਇਸ ਤਰ੍ਹਾਂ ਪੜ੍ਹਾ ਦਿੱਤੇ। ਸਰ ਉਹ ਅਖਬਾਰਾਂ 'ਚ ਰਾਸ਼ੀ ਫਲ ਨਹੀਂ ਆਉਂਦੇ, यात्रा पर ना जाएं, मित्रों से सहायता मिलेगी, व्यापार में लाभ होगा, बस इस तरह कहने महीना सुनाओ जी, ये महीने की है साडा, बस वो हर वही है। बस इस तरह राशिफल वकण असीं महीना सुनना शुरू कर दिता। ये राशिफल थोड़ा गया, ये तो बड़ी गहरी सिद्धांत की गल हैगी है। असीं उस तरह ही इहनूं बस मान लिया। लेकिन पढ़न वालियां ने, सुनाण वालियां ने भी कभी इसकी स्टडी नहीं की ना। उससे गुरबाणी इतनी गहरी है, जब तक पूरे सिद्धांत का ना पता हो ना, तुसीं किसी एक नॉन सिख जिहड़ा बंदे ने कभी गुरबाणी ना पढ़ी होए, ਉਹਦੇ ਬਾਰੇ ਨਾ ਸੁਣਿਆ ਹੋਵੇ, ਉਹਨੂੰ ਇੱਕ ਲਾਈਨ ਵਿੱਚੋਂ ਕੱਢ ਕੇ ਦਿਓ ਕਿ ਹਾਂ ਵੀ ਇਸ ਲਾਈਨ ਦੇ ਅਰਥ ਕਰੋ। ਜੇ ਉਹਨੂੰ ਸਿਧਾਂਤ ਨਾਲ ਨਹੀਂ ਪਤਾ ਹੋਏਗਾ ਨਾ, ਉਹ ਗੁਰਬਾਣੀ ਦੇ ਅਰਥ ਹਮੇਸ਼ਾ ਗਲਤੀ ਕਰੇਗਾ। ਕੋਈ ਵੀ ਲਾਈਨ, ਸੁਖਮਨੀ ਸਾਹਿਬ 'ਚ ਕੋਈ ਲਾਈਨ ਕੱਢ ਕੇ ਦੇ ਦਿਓ ਉਹਨੂੰ ਕਿ ਇਸ ਲਾਈਨ ਦੇ ਅਰਥ ਕਰਦੇ, ਉਹਨੇ ਗੁਰਬਾਣੀ ਦੇ ਸਿਧਾਂਤਾਂ ਦਾ ਨਹੀਂ ਪਤਾ। ਉਸ ਲਾਈਨ ਦਾ ਜਿਹੜੇ ਅੱਖਰੀ ਅਰਥ ਕਰੇਗਾ ਨਾ, ਉਹ ਸਿਧਾਂਤ ਨਾਲ ਕਦੀ ਮੇਲ ਨਹੀਂ ਖਾਏਗਾ, ਉਹ ਅਲੱਗ ਹੀ ਕਰੇਗਾ। ਜਿਨ੍ਹਾਂ ਨੂੰ ਇਹਦੇ ਸਿਧਾਂਤ ਦਾ ਨਹੀਂ ਪਤਾ, ਉਹਨਾਂ ਨੇ ਇਹੋ ਜਿਹੇ ਅਰਥ ਕੀਤੇ। ਔਰ ਪੂਰੀ ਗੱਲ, ਜਦ ਤੱਕ ਅਸੀਂ ਸਿਧਾਂਤ ਦਾ ਮਤਲਬ ਹੈਗਾ ਪੂਰੀ ਗੁਰਮਤਿ ਗੁਰਬਾਣੀ ਦੀ ਫਿਲਾਸਫੀ ਕੀ ਹੈ, ਉਹ ਅਗਲੇ ਪਿਛਲੇ ਸ਼ਬਦ ਕੀ ਨੇ, ਰਹਾਉ ਕੀ ਹੈ, ਸਿਰਲੇਖ ਕੀ ਹੈ, ਬੜਾ ਕੁਛ ਅੱਗੇ ਪਿੱਛੇ ਦੇਖਣਾ ਪੈ ਗਿਆ, ਤਾਂ ਜਾ ਕੇ ਉਹਦੀ ਇੱਕ ਅਰਥ ਦੀ ਗੱਲ, ਅਸੀਂ ਵਿਚਾਰ ਦੀ ਗੱਲ ਕਰ ਸਕਦੇ ਹਾਂ। ਅਸੀਂ ਐਵੇਂ ਇੱਕੋ ਵਿੱਚੋਂ ਲੈਣ ਕਰਕੇ ਜਦੋਂ ਕਰਦੇ ਹਾਂ ਨਾ, ਅਰਥਾਂ ਦੇ ਅਨਰਥ ਹੀ ਹੁੰਦੇ ਨੇ। ਬੜੀ ਮਿਹਨਤ, ਬੜਾ ਇਹਦੇ 'ਚ ਟਾਈਮ ਲੱਗਦਾ ਹੈ, ਕਈ ਸਾਲਾਂ ਦੀ ਮਿਹਨਤ ਲੱਗਦੀ ਹੈ, ਤਾਂ ਜਾ ਕੇ ਅਸੀਂ ਉਸ ਨੂੰ ਸਮਝਣ ਦੇ ਕਾਬਲ ਬਣਦੇ ਹਾਂ। ਔਰ ਦੁਨਿਆਵੀ ਅਸੀਂ ਮਿਹਨਤ ਕਰਦੇ ਹਾਂ। ਪਿੱਛੇ ਜੇ ਅਸੀਂ ਸਾਰਿਆਂ ਨੇ ਫਿਲਮ ਦੇਖੀ ਹੋਈ ਹੈ, ਆਮਿਰ ਖਾਨ ਦੀ ਦੰਗਲ ਫਿਲਮ ਆਈ ਹੈ, ਉਹਦੇ ਵਿੱਚ 2 ਕੁੜੀਆਂ ਦਾ ਉਹਦੇ 'ਚ ਫਿਲਮ ਹੈਗੀ ਸਾਰੀ। ਜਿਹੜੀ ਵੱਡੀ ਵਾਲੀ ਕੁੜੀ ਹੈ ਉਹ ਤੇ ਉਹਦੀ ਦੀ ਪੂਰੀ ਬੇਸਡ ਹੈਗੀ ਸਟੋਰੀ, ਤੇ ਜਿਹੜੀ ਛੋਟੀ ਕੁੜੀ ਹੈ, ਉਹਦੀ ਛੋਟੀ ਸਿਸਟਰ ਜਿਹੜੀ ਉਹਦਾ ਵੀ ਉਹ ਸੀਨ ਕਿਤੇ ਅਗਰ ਟੋਟਲ ਫਿਲਮ ਦੇ ਵਿੱਚ ਨਾ ਉਹਨੂੰ ਦੇਖਿਆ ਤੇ ਟੋਟਲ ਸੀਨ ਜਿਹੜਾ ਉਹਦਾ 60 ਸੈਕਿੰਡ ਦਾ ਹੈਗਾ ਸੀਨ। ਕਿਤੇ ਨਾ ਉਹਨੂੰ ਬਸ ਉਹਨੂੰ ਇੱਕੋ ਪ੍ਰੈਕਟਿਸ ਵਾਸਤੇ ਦਿਖਾਇਆ ਉਹਨੂੰ ਕਿ ਉਹ ਪਹਿਲਵਾਨ ਕੁੜੀ ਜਿਹੜੀ ਉਹਦੇ ਸੀਨ ਹੈਗੇ ਸੀ, ਉਹਦੇ ਸਿਰਫ 60 ਸੈਕਿੰਡ ਦੇ ਸੀਨ ਵਾਸਤੇ ਉਸਨੇ 6-7 ਮਹੀਨੇ ਉਹਦੀ ਪ੍ਰੈਕਟਿਸ ਕੀਤੀ ਹੈ। ਔਰ ਪ੍ਰੋਫੈਸ਼ਨਲ ਟ੍ਰੇਨਰ ਕੋਲੋਂ ਟ੍ਰੇਨਿੰਗ ਲਈ ਕਿ ਉਹ ਜਿਹੜੀ ਮੈਂ ਗੱਲ ਕਰਾਂ, ਜਿਹੜੀ ਮੈਂ ਉੱਥੇ ਸੀਨ ਪੇਸ਼ ਕਰਨੇ ਨੇ, ਉਹ ਬਿਲਕੁਲ ਓਰੀਜਨਲ ਲੱਗੇ। ਉਹ ਕੋਈ ਰੈਸਲਰ ਤੇ ਹੈ ਨਹੀਂ ਸੀ, ਲੇਕਿਨ ਉਹਨੇ ਦਾਅ ਪੇਚ ਸਿੱਖੇ ਕਿ ਉਹ ਮੈਂ ਜਿਹੜੇ ਸਿਰਫ 60 ਸੈਕਿੰਡ ਦੇ ਸੀਨ ਵਾਸਤੇ ਉਹਨੇ 7 ਮਹੀਨੇ ਦੀ ਟ੍ਰੇਨਿੰਗ ਲਈ, ਤਾਂ ਜਾ ਕੇ ਉਹ ਇਸ ਤਰ੍ਹਾਂ ਲੱਗਿਆ ਕਿ ਉਹ ਐਕਚੁਅਲ ਉਹ ਇੱਕ ਰੈਸਲਰ ਹੈਗੀ, ਪ੍ਰੋਫੈਸ਼ਨਲ ਰੈਸਲਰ ਹੈਗੀ। ਇੰਨੀ ਮਿਹਨਤ ਲੱਗਦੀ ਹੈ ਕਿਸੇ ਕੰਮ ਨੂੰ ਪਰਫੈਕਸ਼ਨ ਦੇਣ ਵਾਸਤੇ। ਤੇ ਅਸੀਂ ਜਿਹੜੇ ਸਾਡੇ 'ਚ ਬੈਠੇ ਹੋਏ ਨੇ ਇਸ ਤਰੀਕੇ ਦੇ ਨਾਲ ਅਰਥ ਕਰਨ ਵਾਲੇ, ਉਹਨਾਂ ਨੇ ਬਸ ਸੁਣਿਆ, ਇੱਧਰੋਂ ਸੁਣਿਆ, ਉੱਧਰੋਂ ਸੁਣਿਆ, ਆਪਣੇ ਕੁਛ ਜੋੜ ਤੋੜ ਲਗਾਇਆ, ਉਹਨੇ ਅਰਥ ਕਰ ਦਿੱਤੇ, ਔਰ ਅਰਥਾਂ ਦੇ ਅਨਰਥ ਹੀ ਹੋਏ ਅੱਜ ਤੱਕ। ਹੁਣ ਜੋ ਅਸੀਂ ਪੂਰਾ ਇਸ ਕਨਸੈਪਟ ਨੂੰ ਸਮਝੀਏ, ਪੂਰੇ ਸਿਧਾਂਤ ਦੀ ਜਿਹੜੀ 12 ਮਾਹ ਦੀ ਅਸੀਂ ਸ਼ੁਰੂ ਤੋਂ ਅਸੀਂ ਪੂਰਾ ਰੀਕੈਪ ਕਰੀਏ, ਅਗਰ ਚੇਤ ਤੋਂ ਸ਼ੁਰੂਆਤ ਹੁੰਦੀ ਹੈ। ਇੱਕ ਮਨੁੱਖ, ਇੱਕ ਬੱਚਾ ਇਸ ਚੇਤ ਦਾ ਮਹੀਨਾ ਲੈ ਕੇ ਇਸ ਧਰਤੀ 'ਤੇ ਆਉਂਦਾ। ਚੇਤ ਦਾ ਮਹੀਨਾ ਉਹ ਮਹੀਨਾ ਜਦੋਂ ਬਾਹਰ ਖਿਲਾਵਟ ਹੁੰਦੀ ਹੈ,
ਹਰਿਆਵਲ ਹੁੰਦੀ ਹੈ, ਬਿਲਕੁਲ ਨਾ ਠੰਡ ਹੁੰਦੀ ਹੈ ਨਾ ਗਰਮੀ ਹੁੰਦੀ ਹੈ, ਬਿਲਕੁਲ ਖੂਬਸੂਰਤ ਮੌਸਮ ਹੁੰਦਾ ਉਹਦੀ ਜ਼ਿੰਦਗੀ ਦਾ, ਉਹਦੇ ਅੰਦਰ ਦਾ। ਕਿਸ ਤਰ੍ਹਾਂ ਖੇਡਦਾ ਬੱਚਾ, ਨਾ ਉਹਨੂੰ ਪਰਵਾਹ, ਨਾ ਉਹਨੂੰ ਚਿੰਤਾ, ਨਾ ਫਿਕਰ, ਨਾ ਕੁਛ ਨਹੀਂ। ਜਿਉਂ ਇਸ ਦੁਨੀਆ ਵਿੱਚ ਵਿਚਰਦਾ ਆਸ-ਪਾਸ ਦੇ ਮਾਹੌਲ ਦੇ ਕਾਰਨ ਉਹਦੇ ਅੰਦਰ ਦੀ ਰੁੱਤ ਬਦਲਦੀ ਹੈ, ਅੰਦਰ ਮੌਸਮ ਬਦਲਣੇ ਸ਼ੁਰੂ ਹੁੰਦੇ ਨੇ। ਉਸ ਚੇਤ ਤੋਂ ਬਾਅਦ ਜਿਹੜਾ ਹੈਗਾ ਉਹ ਜਿਉਂ ਹੀ ਇਸ ਮਨੁੱਖਾਂ ਦੇ ਵਿੱਚ, ਆਮ ਲੋਕਾਂ ਦੇ ਵਿਚਰਨਾ ਸ਼ੁਰੂ ਕਰਦਾ ਤੇ ਉਹ ਵੈਸਾਖ ਹੁੰਦਾ ਹੈ। ਵੈਸਾਖ ਅਗਰ ਇੱਥੇ ਲਫ਼ਜ਼ ਦੇਖੀਏ ਤੇ ਬੈਸਾਖ ਵਰਤਿਆ, ਵਿਸਾਖ ਨਹੀਂ ਹੈ, ਬੈਸਾਖ। ਬੈਸਾਖ ਮਤਲਬ ਸਾਖਾ ਤੋਂ ਕੱਟਿਆ ਹੋਇਆ। ਉਹ ਜਿਹੜਾ ਮੂਲ ਸੀ, ਪਰਮਾਤਮਾ ਸੀ, ਉਸ ਮੂਲ ਤੋਂ ਸਾਖਾ ਤੋਂ ਵੈਸਾਖ ਹੋ ਗਿਆ, ਸਾਖਾ ਤੋਂ ਕੱਟਿਆ। ਹੁਣ ਸਾਖ ਤੋਂ ਕੱਟਦਾ ਨਾ ਜਦੋਂ, ਜੇ ਸਾਖਾ ਨਾਲ ਜੁੜਿਆ ਰਹਿੰਦਾ ਤੇ ਫਿਰ ਉਹਦੇ ਅੰਦਰ ਹਰਿਆਵਲ ਰਹਿੰਦੀ ਹੈ। ਜਿਉਂ ਹੀ ਸਾਖ ਤੋਂ ਕੱਟਦਾ ਤੇ ਸੁੱਕੇਵਾਂ ਸ਼ੁਰੂ ਹੋ ਜਾਂਦਾ। ਫਿਰ ਜੇਠ ਹਾੜ ਦੀ ਤਪਤ ਉਹਦੇ ਅੰਦਰ, ਫਿਰ ਉਹ ਅੰਦਰ ਦਾ ਮੌਸਮ ਬਦਲਣਾ ਸ਼ੁਰੂ ਹੁੰਦਾ, ਉਹਦੇ ਅੰਦਰ ਜੇਠ ਹਾੜ ਦਾ ਮਹੀਨਾ ਵਰਤਣਾ ਸ਼ੁਰੂ ਹੋ ਜਾਂਦਾ। ਜੇਠ ਹਾੜ ਦੇ ਮਹੀਨੇ ਤੋਂ ਜਦੋਂ ਤੜਪ ਲੱਗਦੀ ਹੈ, ਦੁੱਖ ਤਕਲੀਫ ਹੁੰਦੀ ਹੈ, ਉਸ ਤੜਪਤ ਤੋਂ ਅੰਦਰੋਂ ਇੱਕ ਅਰਦਾਸ ਨਿਕਲਦੀ ਹੈ। ਅਰਦਾਸ ਤੋਂ ਬਾਅਦ ਜੇ ਅਰਦਾਸ ਅੰਦਰੋਂ ਜਿਹੜੀ ਨਿਕਲਦੀ ਹੈ ਨਾ, ਫਿਰ ਉਸ ਰਾਹ ਤੇ ਚੱਲਣ ਦੀ ਇੱਕ ਸੋਝੀ ਪੈਂਦੀ ਹੈ ਤੇ ਫਿਰ ਗੁਰੂ ਸਾਵਣ ਰੂਪ ਦੇ ਵਿੱਚ ਬੂੰਦਾਂ ਦੇ ਵਿੱਚ ਵਰਸਦਾ। ਜਦੋਂ ਸਾਵਣ ਦੀਆਂ ਬੂੰਦਾਂ ਵਰਸਦੀਆਂ, ਇੱਕ ਗਿਆਨ ਮਿਲਣਾ, ਸੋਝੀ ਮਿਲਣੀ ਸ਼ੁਰੂ ਹੁੰਦੀ ਹੈ। ਲੇਕਿਨ ਨਾਲ ਦੇ ਨਾਲ ਹੀ ਦੂਜੀ ਸ਼ੁਰੂ ਹੋ ਜਾਂਦੀ ਗੱਲ ਡੁਐਲਿਟੀ ਦੀ। ਉਦੋਂ ਸ਼ੁਰੂ ਹੋ ਜਾਂਦੇ ਨੇ ਭਾਦੋਏ, ਜਿਸ ਤਰ੍ਹਾਂ ਅਸੀਂ ਪਹਿਲੇ ਜ਼ਿਕਰ ਕੀਤਾ ਸੀ ਕਿ ਜਦੋਂ ਮੌਸਮ ਆਉਂਦਾ ਬਰਸਾਤ ਦਾ ਤੇ ਦੋ ਭਾਅ ਹੋ ਜਾਂਦੇ ਨੇ। ਠੰਡ ਵੀ ਲੱਗਦੀ ਹੈ, ਧੁੱਪ ਤਪਤ ਜਿਹੜੀ ਹੈ ਚੁੱਭਦੀ ਵੀ ਹੈ, ਔਰ ਬਾਹਰ ਜਿਹੜਾ ਹੈ ਮੌਸਮ ਵੀ ਪਾਣੀ ਵਾਲਾ ਹੁੰਦਾ, ਮੱਛਰ, ਸੱਪ, ਬੜੇ ਸਾਰੇ ਇਹੋ ਜਿਹੀ ਤਕਲੀਫਾਂ ਨਾਲ ਹੁੰਦੀਆਂ। ਉਦੋਂ ਲਫ਼ਜ਼ ਵੀ ਅਸੀਂ ਬਾਹਰ ਨਾਲ ਅਸੀਂ ਕਹਿੰਦੇ, ਉੱਥੇ ਲਫ਼ਜ਼ ਭਾਦੋ ਨਹੀਂ ਹੈ, ਭਾ ਦੋਏ ਹੈ। ਭਾ ਦੋਏ ਭਰਮ ਭੁਲਾਣੀਆਂ। ਅਸੀਂ ਕੱਲ ਨੂੰ ਸਿਧਾਂਤ ਨੂੰ ਨਾਲ ਸਮਝੀਏ ਕਿ ਇਹਦੇ ਵਿੱਚ ਕੀ ਗੁਰੂ ਸਾਹਿਬ ਨੇ ਗੱਲ ਕੀਤੀ ਹੈ। ਉਸ ਭਾਦੋ ਦੇ ਭਾ ਦੋਏ ਡੁਐਲਿਟੀ ਦੀ ਜਿਹੜੀ ਪੋਜੀਸ਼ਨ ਹੈਗੀ ਹੈ, ਉਸ ਪੋਜੀਸ਼ਨ ਤੋਂ, ਉਸ ਤੋਂ ਜਦੋਂ ਉਹਨੂੰ ਸੋਝੀ ਪਈ ਤੇ ਇੱਕ ਉਪਰਾਲਾ ਕਰਦਾ ਕਿ ਹੁਣ ਮੈਂ ਇਸ ਤੋਂ ਡੁਐਲਿਟੀ ਤੋਂ ਨਿਕਲਾਂ। ਜਿਸ ਟਾਈਮ ਉਹ ਡੁਐਲਿਟੀ ਚੋਂ ਨਿਕਲਣ ਦੀ ਕੋਸ਼ਿਸ਼ ਕਰਦਾ, ਉਹਦੀ ਮਿਹਨਤ ਕਰਦਾ, ਉਹ ਹੁੰਦਾ ਅੱਸੂ ਤੇ ਕੱਤਕ। ਪਰਮਾਤਮਾ ਠੰਡਕ ਹੈ, ਸੰਸਾਰ ਤਪਤ ਹੈ। ਹੁਣ ਇਹ ਤਪਤ ਉਹ ਸੰਸਾਰ ਤਪਤ ਦੇ ਨਾਲ ਜਦੋਂ ਤੜਪਿਆ ਤੇ ਫਿਰ ਉਹਨੇ ਇੱਕ ਉਪਰਾਲਾ ਕੀਤਾ, ਅੱਸੂ ਕੱਤਕ, ਇੱਕ ਠੰਡ ਦੀ ਆਉਣ ਦੀ ਤਿਆਰੀ। ਅੱਸੂ ਤੇ ਕੱਤਕ ਦਾ ਮਹੀਨਾ ਹੁੰਦਾ ਜਦੋਂ ਹਲਕੀ ਹਲਕੀ ਠੰਡ ਆਉਣ ਦੀ ਸ਼ੁਰੂਆਤ ਹੁੰਦੀ ਹੈ। ਸੋ ਇਹ ਸਾਰੇ ਅੰਦਰ ਦੇ ਮਹੀਨੇ ਨੇ, ਭਾਵੇਂ ਬਾਹਰ ਗਰਮੀ ਹੈ, ਭਾਵੇਂ ਠੰਡ ਹੈ। ਜੇ ਅੰਦਰ ਬੰਦਾ ਡੁਐਲਿਟੀ ਦੇ ਵਿੱਚ, ਸਮਝੋ ਕਿ ਭਾਦੋ ਦੇ ਮਹੀਨੇ 'ਚ ਬੈਠਾ ਹੈ, ਉਹ ਭਾਦੋ 'ਚ ਹੀ ਹੈ। ਪੂਰਾ ਸਾਲ, ਪੂਰੀ ਜ਼ਿੰਦਗੀ ਭਾਦੋ ਦੇ ਮਹੀਨੇ 'ਚ ਹੋ ਸਕਦਾ ਇਨਸਾਨ। ਹੁਣ ਅੱਸੂ ਕੱਤਕ ਦੇ ਮਹੀਨੇ ਦੇ ਵਿੱਚ ਜਦੋਂ ਉਹਨੇ ਉਪਰਾਲਾ ਕੀਤਾ, ਐਫਰਟ ਕੀਤੇ, ਐਫਰਟ ਤੋਂ ਬਾਅਦ ਪਰਮਾਤਮਾ ਦੇ ਨਾਲ ਉਹਦੀ ਸਾਂਝ ਮਿਲਣੀ ਸ਼ੁਰੂ ਹੋਈ, ਤਾਂ ਉਹਦੇ ਮਨ ਦੇ ਘਰ ਦੇ ਵਿੱਚ ਉਹ ਪਰਮਾਤਮਾ ਆ ਕੇ ਉਹਦੀ ਇੱਕ ਝਲਕ ਉਹਨੂੰ ਮਿਲੀ। ਉਹਨੂੰ ਮੱਗਰ ਨਹੀਂ ਲਿਖਿਆ, ਉੱਥੇ ਲਿਖਿਆ ਮਨ ਘਰ। ਮੰਗਰ ਮਾਹੇ ਸੁਹੰਦੀਆ ਫਿਰ ਸੰਗ ਬੈਠੜੀਆਂ, ਉਹ ਬੈਠਣ ਦਾ ਮੌਕਾ ਉਹਨੂੰ ਮਿਲਿਆ। ਇੱਥੇ ਤੱਕ ਇਹ ਪਿਛਲੇ ਮਹੀਨੇ ਦੀ ਅਸੀਂ ਵਿਚਾਰ ਕੀਤੀ ਸੀ। ਹੁਣ ਇੱਥੋਂ ਸਮਝਾਂਗੇ ਅਸੀਂ ਅਗਲਾ ਮਹੀਨਾ ਜਿਹੜਾ ਹੁਣ ਉਹ ਜਦੋਂ ਬੈਠਾ ਨਾ, ਉਦੋਂ ਠੰਡਕ ਆਉਣੀ ਸ਼ੁਰੂ ਹੋਈ। ਹੁਣ ਪੋਹ ਦਾ ਮਹੀਨਾ ਸ਼ੁਰੂ ਹੋ ਗਿਆ। ਇੱਥੇ ਪੋਕ ਤੁਖਾਰ ਨਾ ਵਿਆਪਈ, ਕੰਠ ਮਿਲਿਆ ਹਰ ਨਾ ਕਹਿੰਦੇ ਨੇ ਨਾਥ ਨੂੰ, ਪਰ ਉਸ ਪਰਿਪੂਰਨ ਪ੍ਰਭੂ ਨੂੰ, ਅਕਾਲ ਪੁਰਖ ਨੂੰ, ਨਿਰੰਕਾਰ ਨੂੰ। ਨਾ, ਜਿਹੜੀ ਸਰਦੀ ਦਾ ਮੌਸਮ ਹੈ, ਔਰ ਇੱਕ ਇਹਦਾ ਬਿਲਕੁਲ ਅਪੋਜ਼ਿਟ ਹੈ ਗਰਮੀ। ਅਗਰ ਇਹਨੂੰ ਪਿਛਲੇ ਮਹੀਨੇ 'ਚ ਦੇਖੀਏ ਤੇ ਜਿਹੜਾ ਹਾੜ ਦਾ ਮਹੀਨਾ ਸੀ, ਹਾੜ ਦੇ ਮਹੀਨੇ ਤੋਂ ਪੋਹ ਦਾ ਮਹੀਨਾ ਬਿਲਕੁਲ ਅਪੋਜ਼ਿਟ ਹੈ। ਉੱਥੇ ਵੀ ਹਾੜ ਦੇ ਮਹੀਨੇ ਵਿੱਚ ਵੀ ਨਾਹ ਦਾ ਜ਼ਿਕਰ ਕੀਤਾ ਸੀ ਗੁਰੂ ਸਾਹਿਬ ਨੇ। ਅਸਾੜ ਤਪੰਦਾ ਤਿਸ ਲਗੇ ਹਰ ਨਾਹ ਨਾ ਜਿੰਨਾ ਪਾਸ। ਤੇ ਇੱਥੇ ਲਿਖਿਆ ਕੰਠ ਮਿਲਿਆ ਹਰ ਨਾਹ, ਠੰਡਕ ਦੀ ਆਮਦ ਹੋ ਗਈ। ਹੁਣ ਦੋਨੋਂ ਹੁਣ ਜਿਹੜਾ ਹੈਗਾ, ਹੁਣ ਜਿਹੜੀ ਇਹ ਸੰਸਾਰ ਜਿਹੜਾ ਹੈ ਉਹ ਗਰਮੀ ਹੈ। ਹੁਣ ਸੰਸਾਰ ਜਦੋਂ ਗਰਮ ਲੱਗਦਾ,
ਹੁਣ ਦੋਨਾਂ ਦੇ ਵਿੱਚ ਦੇਖੋ ਸੀਕੁਐਂਸ, ਅਸੀਂ ਤਾਂ ਮੈਂ ਕਹਿ ਰਿਹਾ ਕਿ ਜਦੋਂ ਉੱਥੇ ਵੀ ਨਾਹ ਦਾ ਜ਼ਿਕਰ ਕੀਤਾ, ਇੱਥੇ ਵੀ ਨਾਹ ਦਾ ਜ਼ਿਕਰ ਹੈ। ਇਹਦਾ ਮਤਲਬ ਹੈ ਪੂਰੀ ਸੀਕੁਐਂਸ ਚੱਲ ਰਹੀ ਹੈ। ਬਿਲਕੁਲ ਅਪੋਜ਼ਿਟ, ਜਦੋਂ ਮਹੀਨਾ ਸੀ ਉਦੋਂ ਵੀ ਨਾਹ ਦਾ ਜ਼ਿਕਰ ਸੀ, ਤੇ ਸਰਦੀ ਵਿੱਚ ਵੀ ਹਰ ਕੰਠ ਮਿਲਿਆ ਹਰ ਨਾਹ। ਹੁਣ ਜਿਹੜੀ ਤਪਤ ਉਸ ਟਾਈਮ ਸੀ, ਜਿਹੜੀ ਸੂਰਜ ਦੀ ਗਰਮੀ ਉਸ ਟਾਈਮ ਜਲਾ ਰਹੀ ਸੀ, ਹੁਣ ਇਸ ਮਹੀਨੇ ਦੇ ਵਿੱਚ ਜਦੋਂ ਠੰਡਕ ਦਾ ਮਹੀਨਾ ਹੈ, ਹੁਣ ਲੱਭਦਾ ਉਸ ਗਰਮੀ ਨੂੰ। ਹੁਣ ਸੂਰਜ ਲੱਭਦਾ ਕਿੱਥੇ ਗਿਆ, ਹੁਣ ਨਾ ਚੜੇ ਤੇ ਮੁਸ਼ਕਲ ਹੋ ਜਾਂਦੀ ਹੈ। ਜਿਸ ਸਨਲਾਈਟ ਤੋਂ, ਜਿਸ ਸੂਰਜ ਦੀ ਤਪਤ ਤੋਂ, ਗਰਮੀ ਤੋਂ ਬਚਦਾ ਫਿਰਦਾ ਸੀ, ਅੱਜ ਤੇ ਉਸ ਸੂਰਜ ਦੀ ਗਰਮੀ ਨੂੰ ਲੱਭਦਾ। ਹੁਣ ਉਹਨੂੰ ਜਲਾਂਦੀ ਨਹੀਂ ਹੈ, ਹੁਣ ਉਹ ਸਾੜਦੀ ਨਹੀਂ ਪਈ। ਇਹਦਾ ਮਤਲਬ ਇਹ ਹੋਇਆ ਸਿਧਾਂਤ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਦਾ। ਸੂਰਜ ਪ੍ਰਤੀਕ ਹੈ ਸੰਸਾਰ ਦਾ, ਗਰਮੀ, ਔਰ ਉਹ ਅਕਾਲ ਪੁਰਖ ਪ੍ਰਤੀਕ ਹੈ ਠੰਡ ਦਾ। ਜਿਤਨੇ ਵੀ ਸਾਡੇ ਬ੍ਰਹਮ ਗਿਆਨੀ ਮਹਾਂਪੁਰਖ ਹੋਏ, ਉਹਨਾਂ ਨੇ ਕਿਹਾ ਸੰਸਾਰ ਤਪਤ ਹੈ, ਸੰਸਾਰ ਮਾਇਆ ਹੈ, ਇਹਨੂੰ ਛੱਡੋ। ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਹੈ, ਜਿਨ੍ਹਾਂ ਨੇ ਗਰਮੀ ਔਰ ਸਰਦੀ ਦਾ ਸੁਮੇਲ, ਸੰਸਾਰ ਔਰ ਨਿਰੰਕਾਰ ਦਾ ਮੇਲ ਕੀਤਾ, ਦੋਨਾਂ ਨੂੰ ਬਰਾਬਰਤਾ ਦੀ ਮਾਨਤਾ ਦਿੱਤੀ। ਕਿਤੇ ਨੂੰ ਇਹ ਨਹੀਂ ਕਿਹਾ ਕਿ ਸੰਸਾਰ ਛੱਡ ਕੇ ਚਲਾ ਜਾ, ਕਿਉਂਕਿ ਇਨਸਾਨ ਨੂੰ ਦੱਸਿਆ ਗਿਆ ਕਿ ਸੰਸਾਰ ਮਾਇਆ ਛੱਡਣੀ ਹੈ। ਹਰ ਇੱਕ ਨੂੰ ਇਹ ਹੋ ਗਿਆ ਕਿ ਮੈਂ ਮਾਇਆ ਛੱਡਣੀ ਹੈ, ਮਾਇਆ ਛੱਡਣੀ ਹੈ। ਮਾਇਆ ਛੱਡ ਕੇ ਉਹ ਪਹਾੜਾਂ 'ਚ ਚਲਾ ਗਿਆ, ਮਾਇਆ ਛੱਡ ਕੇ ਉਹ ਤਿਆਗੀ ਹੋ ਗਿਆ, ਮਾਇਆ ਛੱਡ ਕੇ ਉਹ ਪਤਾ ਨਹੀਂ ਕਿੱਥੇ ਕੀ ਕਰਨ ਲੱਗ ਗਿਆ, ਮਾਇਆ ਛੱਡ ਦਿਆਂ। ਲੇਕਿਨ ਗੁਰੂ ਗ੍ਰੰਥ ਸਾਹਿਬ ਇੱਕ ਐਸੀ ਸਿਧਾਂਤ ਦਿੰਦਾ, ਉਹ ਕਹਿੰਦੇ ਨੇ ਸੰਸਾਰ ਮਾਇਆ ਨਹੀਂ ਹੈ, ਪੈਸਾ ਮਾਇਆ ਨਹੀਂ ਹੈ, ਤੇਰਾ ਮਨ ਮਾਇਆ ਹੈ। ਤੂੰ ਸੰਸਾਰ ਛੱਡ ਕੇ ਜਿੱਥੇ ਜਾਏਗਾ, ਮਨ ਤੇ ਤੇਰੇ ਨਾਲ ਹੋਏਗਾ, ਤੂੰ ਉੱਥੇ ਹੀ ਸੰਸਾਰ ਬਣਾ ਲੇਗਾ। ਤੂੰ ਇੱਕ ਆਪਣਾ ਸੰਸਾਰ ਬਣਾ ਲੇਗਾ ਉੱਥੇ, ਉਹ ਨਹੀਂ ਉੱਥੋਂ ਨਹੀਂ ਛੁੱਟ ਸਕਦਾ। ਤੇਰਾ ਮਨ ਮਾਇਆ। ਹੁਣ ਜਿਹੜੀ ਹੁਣ ਇਹ ਤਪਤ ਲੈ ਰਿਹਾ ਨਾ, ਹੁਣ ਸੰਸਾਰ ਦੇ ਵਿੱਚ ਰਹਿ ਕੇ, ਹੁਣ ਠੰਡਕ, ਪਰਮਾਤਮਾ ਦੀ ਠੰਡਕ ਲੈ ਕੇ, ਜਦੋਂ ਹੁਣ ਇਹ ਸੂਰਜ ਦੀ ਚਮਕ ਲੈਂਦਾ, ਜਦੋਂ ਸੂਰਜ ਦੀ ਗਰਮੀ ਲੈਂਦਾ, ਹੁਣ ਉਹ ਤਪਤ ਜਲਾਂਦੀ ਨਹੀਂ ਹੈ, ਹੁਣ ਉੱਥੋਂ ਨਿੱਘ ਮਿਲਦੀ ਹੈ। ਨਿੱਘ ਔਰ ਤਪਤ ਦੇ ਵਿੱਚ ਫਰਕ ਹੈਗਾ। ਹੁਣ ਨਿੱਘ ਮਾਣ ਰਿਹਾ ਭਾਵ ਸੰਸਾਰ ਦੇ ਵਿੱਚ ਰਹਿ ਕੇ ਭੋਗਣਾ ਪਦਾਰਥ ਕੋਈ ਮਾੜੇ ਨਹੀਂ ਹੈਗੇ। ਜੇ ਤੇਰੇ ਕੋਲ ਪਰਮਾਤਮਾ ਦੀ, ਉਸ ਅਕਾਲ ਪੁਰਖ ਦੀ, ਇਸ ਨਿਰੰਕਾਰ ਦੀ ਠੰਡਕ ਤੇਰੇ ਅੰਦਰ ਹੈ, ਤੇ ਫਿਰ ਪਦਾਰਥ ਮਾੜੇ ਨਹੀਂ ਹੈਗੇ ਕਿਸੇ ਵੀ ਤਰ੍ਹਾਂ ਨਾਲ। ਪੈਸਾ ਮਾੜਾ ਨਹੀਂ ਹੈ, ਉਹਦਾ ਯੂਜ਼ ਮਾੜਾ ਹੈ। ਸੋ ਸਾਨੂੰ ਤੇ ਉਹ ਬ੍ਰਹਮ ਗਿਆਨੀ ਨੂੰ ਛੱਡ ਕੇ ਸਾਨੂੰ ਤੇ ਐਸੇ ਤਰੀਕੇ ਸਾਨੂੰ ਦੱਸ ਦਿੱਤੇ ਗਏ, ਜਿਹੜਾ ਇੱਕ ਬੰਦਾ ਪੇੜ ਦੇ ਥੱਲੇ ਕੇ ਨੰਗਾ ਬਹਿ ਕੇ, ਅੱਧਾ ਨੰਗਾ ਬਹਿ ਕੇ ਬੈਠ ਕੇ ਚਰਖਾ ਕੱਤ ਰਿਹਾ ਹੈ, ਲੋਕੀ ਉਹਨੂੰ ਮਹਾਤਮਾ ਕਹਿੰਦੇ ਨੇ। ਅਸੀਂ ਮਹਾਤਮਾ ਕਿਹਾ ਉਹਨਾਂ ਨੂੰ। ਕਮਾਓ ਨਾ, ਜਿਹੜਾ ਕੰਮ ਮਸ਼ੀਨਾਂ ਕਰਨੀਆਂ, ਮਸ਼ੀਨਾਂ ਕੋਲ ਕਰਵਾਉਣਾ ਸੀ, ਮਤਲਬ ਇੱਕ ਰੈਵੋਲੂਸ਼ਨ ਲਿਆਣੀ ਸੀ, ਉਹਨੂੰ ਛੱਡ ਕੇ ਉਹ ਕਹਿੰਦੇ ਨੇ ਜੀ ਮਸ਼ੀਨਾਂ ਨੂੰ ਛੱਡੋ ਤੇ ਹੱਥ ਨਾਲ ਹੀ ਚਰਖੇ ਕੱਤੋ, ਹੱਥ ਨਾਲ ਹੀ ਕੱਪੜਾ ਬੁਣੋ। ਅਸੀਂ ਪਿੱਛੇ ਰਹਿ ਗਏ ਪੂਰੀ ਦੁਨੀਆ ਤੋਂ। ਕਿੱਥੇ ਦੀ ਕਿੱਥੇ ਦੁਨੀਆ ਪਹੁੰਚ ਗਈ, ਇੰਡਸਟਰੀ ਕਿੱਥੇ ਡਿਵੈਲਪ ਕਰ ਗਈ, ਪੈਸਾ ਕਿੱਥੇ ਪਹੁੰਚ ਗਿਆ, ਦੁਨੀਆ ਕਿੱਥੇ ਦੀ ਕਿੱਥੇ ਤਰੱਕੀ ਕਰ ਗਈ, ਅਸੀਂ ਉੱਥੇ ਦੇ ਉੱਥੇ ਹੀ ਰਹੇ। ਕਿਸੇ ਰਾਈਟਰ ਨੇ ਲਿਖਿਆ, ਭਾਰਤ ਅਮੀਰ ਮੁਲਕ ਹੈ, ਬਹੁਤ ਅਮੀਰ ਹੈ, ਪਰ ਇਹਦੇ ਲੋਕੀ ਰਹਿਣ ਵਾਲੇ ਗਰੀਬ ਨੇ। ਅਮੀਰ ਹੈ ਜਿਹੜੀ ਕੁਦਰਤੀ ਜਿਹੜੀ ਦੇਣ ਹੈ, ਬੜਾ ਅਮੀਰ ਹੈ, ਲੇਕਿਨ ਇਹਦੇ ਲੋਕੀ ਜਿਹੜੇ ਰਹਿੰਦੇ ਵੇ ਨਾ, ਉਹ ਗਰੀਬ ਨੇ। ਕਿਉਂਕਿ ਇਹ ਪਿੱਛੇ ਉਹਨਾਂ ਨੂੰ ਮਹਾਤਮਾ ਦਾ ਨਾਮ, ਮਹਾਤਮਾ ਨੇ ਐਸੀਆਂ ਕਹਾਣੀਆਂ ਪਾ ਦਿੱਤੀਆਂ, ਜਿਹੜੇ ਗਰੀਬ ਸੀ ਉਹਨਾਂ ਨੂੰ ਨਾਮ ਦੇ ਦਿੱਤਾ ਦਰਿਦਰ ਨਾਰਾਇਣ। ਇਹ ਦਰਿਦਰ ਨਾਰਾਇਣ ਨੇ ਜੀ, ਭਗਵਾਨ ਨੇ। ਗਰੀਬ ਗਰੀਬ ਨੂੰ ਭਗਵਾਨ ਬਣਾ। ਹੁਣ ਗਰੀਬ ਜਿਹਨੂੰ ਭਗਵਾਨ ਕਹਿਤਾ, ਉਹ ਅਮੀਰ ਬਣੇ ਕਿਉਂ? ਉਹਨੂੰ ਅਮੀਰ ਬਣਨ ਦਾ ਖਿਆਲ ਹੀ ਮੁੱਕ ਗਿਆ, ਮੈਂ ਤੇ ਭਗਵਾਨ ਹੋ ਗਿਆ। ਐਸਾ ਉਹਨਾਂ ਨੂੰ ਇੱਕ ਨਾਮ ਦੇ ਦਿੱਤਾ। ਬੜੀਆਂ ਹੁਣ ਪੈਸੇ ਦਾ ਤਿਆਗ ਜਿਹੜਾ ਹੈ, ਇਹ ਗੁਰਮਤਿ ਦਾ ਸਿਧਾਂਤ ਨਹੀਂ ਹੈ। ਪੈਸੇ ਨੂੰ ਛੱਡ ਕੇ ਨਹੀਂ ਜਾਣ, ਉਹਨੂੰ ਕਿਸ ਤਰ੍ਹਾਂ ਯੂਜ਼ ਕਰਨਾ ਹੈ। ਪੈਸਾ ਮਾੜਾ ਨਹੀਂ ਹੈ, ਸੰਸਾਰ ਮਾੜਾ ਨਹੀਂ ਹੈ, ਲੇਕਿਨ ਇਸ ਬੈਲੈਂਸ ਕਰਨਾ ਜਿਹੜਾ ਨਾ ਸਹਿਜ, ਇਹ ਸਹਿਜ ਸਿਖਾਉਂਦਾ ਸਾਨੂੰ ਕਿ ਕਿਸ ਤਰ੍ਹਾਂ ਉਹਦੇ ਵਿੱਚ ਰਹਿ ਕੇ, ਸੰਸਾਰ ਦੇ ਵਿੱਚ ਰਹਿ ਕੇ ਕਿਸ ਤਰ੍ਹਾਂ ਤੂੰ ਬੈਲੈਂਸ ਕਰ ਰਿਹਾ। ਹਾਂ, ਜੇ ਤੂੰ ਕੇਵਲ ਪਦਾਰਥ ਵੱਲ ਜਾਏਗਾ, ਨਿਰੰਕਾਰ ਤੇਰੇ ਕੋਲ ਅੰਦਰ ਠੰਡਕ ਨਾ ਹੋਏ, ਫਿਰ ਉਹ ਤੇਰੇ ਅੰਦਰ ਅਸਾੜ ਦਾ ਮਹੀਨਾ ਆ ਗਿਆ, ਫਿਰ ਜਲ ਜਾਏਗਾ, ਫਿਰ ਤੈਨੂੰ ਸੂਰਜ ਜਲਾਏਗਾ ਜੇ ਠੰਡਕ ਨਹੀਂ।
ਸੋ ਇਹ ਦੋਨਾਂ ਦਾ ਬੈਲੈਂਸ ਜਿਹੜਾ ਨਾ ਇਹ ਕਰਨਾ ਗੁਰਮਤਿ ਸਿਖਾਉਂਦੀ ਹੈ ਸਾਨੂੰ। ਹੁਣ ਇਹਦੇ ਲਿਖਿਆ ਪੋਖ ਤੁਖਾਰ ਨਾ ਵਿਆਪਈ। ਹੁਣ ਲਫ਼ਜ਼ ਜਿਹੜਾ ਮਹੀਨਾ ਦੇ ਪੋਹ ਦਾ ਹੈਗਾ, ਅਸੀਂ ਸਾਰੀ ਬਣਤਰ ਦੇਖਾਂਗੇ, ਪਿਛਲੇ ਜਿੰਨੇ ਵੀ ਦੇਖਾਂਗੇ ਨਾ, ਹਰ ਇੱਕ ਲਫ਼ਜ਼ ਜਿਹੜਾ ਨਾ ਉਹ ਐਗਜ਼ੈਕਟ ਉਸ ਤਰ੍ਹਾਂ ਨਹੀਂ ਲਿਖਿਆ ਹੋਇਆ। ਜਿਸ ਨਾਲ ਹਾੜ ਹੈ ਤੇ ਅਸਾੜ ਹੈ, ਅਸਾੜ ਤਾਂ ਬੰਦਾ ਲਿਖਿਆ ਤੇ ਹਾੜ ਦਾ ਮਹੀਨਾ, ਹਾੜ ਨਹੀਂ ਲਿਖਿਆ ਹੋਇਆ। ਇਸ ਤਰ੍ਹਾਂ ਸਾਰੇ ਜਿੰਨੇ ਵੀ ਵਿਸਾਖ ਹੈ ਤਾਂ ਬੈਸਾਖ ਲਿਖਿਆ, ਮਗਰ ਹੈ ਤੇ ਮੰਕਰ ਲਿਖਿਆ, ਬਿੰਦੀ ਪੁੱਤੇ ਟਿਪ ਪਾਈ ਹੋਈ ਹੈ। ਤਾਂ ਇਸੇ ਤਰ੍ਹਾਂ ਇੱਥੇ ਲਿਖਿਆ ਪੋਖ। ਪੋਖ ਦਾ ਮਤਲਬ, ਪੋਹ ਨੂੰ ਪੋਖ ਕਰ ਦਿੱਤਾ। ਪੋਖ ਦਾ ਮਤਲਬ ਹੁੰਦਾ ਹੈ ਰੱਖਣਾ ਜਾਂ ਇੱਕ ਚੀਜ਼ ਪਾਲਣੀ। ਪੋਖ ਤੁਖਾਰ ਨਾ ਵਿਆਪਈ। ਹੁਣ ਤੁਖਾਰ ਕੀ ਹੁੰਦਾ? ਤੁਖਾਰ ਵੈਸੇ ਤਾਂ ਕਹਿੰਦੇ ਨੇ ਕੱਕਰ ਨੂੰ। ਕੱਕਰ ਕੀ ਹੁੰਦਾ? ਕੱਕਰ ਇੱਕ ਪਾਣੀ ਦਾ, ਪਾਣੀ ਹੈ ਨਾ, ਪਾਣੀ ਜਦੋਂ ਇੱਕ ਜੰਮ ਜਾਂਦਾ ਨਾ, ਇੱਕ ਡਿਗਰੀ ਤੋਂ ਜਦੋਂ ਥੱਲੇ ਚਲਾ ਜਾਂਦਾ, ਜੰਮ ਜਾਂਦਾ, ਉਹਨੂੰ ਕਹਿੰਦੇ ਨੇ ਕੱਕਰ ਪੈ ਗਿਆ, ਬਰਫ਼ ਬਣ ਗਈ ਜਿਹਨੂੰ ਕਹਿੰਦੇ। ਉਹ ਕਹਿੰਦੇ ਨੇ ਹੁਣ ਜਿਸਲੇ ਪਿਛਲੇ ਮੰਗਰ ਦੀ ਮਹੀਨੇ ਜਿਹੜੇ ਪਰਮਾਤਮਾ ਦੀ ਤੈਨੂੰ ਝਲਕ ਪਈ ਹੈ, ਤੈਨੂੰ ਉਹਦੇ ਕੋਲ ਬੈਠਣ ਦਾ ਮੌਕਾ ਮਿਲਿਆ, ਲੇਕਿਨ ਧਿਆਨ ਰੱਖੀ ਕਿਤੇ ਤੁਖਾਰ ਨਾ ਬਣ ਜਾਏ। ਤੁਖਾਰ ਹੁੰਦਾ ਕਠੋਰਤਾ। ਬਰਫ਼ ਕੀ ਹੈ? ਕਠੋਰ ਹੋ ਜਾਣਾ। ਪਾਣੀ ਕਠੋਰ ਹੋ ਜਾਂਦਾ, ਬਰਫ਼ ਬਣ ਜਾਂਦੀ ਹੈ। ਪਾਣੀ ਦਾ ਕਠੋਰ ਹੋਣਾ ਬਰਫ਼ ਦਾ ਪ੍ਰਤੀਕ ਹੈ। ਹੁਣ ਇੱਕ ਤੇ ਹੁੰਦਾ ਸਹਿਜ। ਅਸੀਂ ਆਪਣੀ ਬਾਡੀ ਦੇਖੀਏ ਨਾ, ਸਹਿਜ, ਸਹਿਜ ਹੈ ਜਿਹੜਾ ਸਾਡਾ ਇੱਕ ਪਰਮਾਤਮਾ ਵੱਲੋਂ ਇੱਕ ਜਿਹੜਾ ਟੈਂਪਰੇਚਰ ਦਿੱਤਾ ਹੋਇਆ, ਬਾਡੀ ਟੈਂਪਰੇਚਰ। ਹੁਣ ਉਸ ਬਾਡੀ ਟੈਂਪਰੇਚਰ ਜਦੋਂ ਸਾਨੂੰ ਦੇਖੀਏ ਕਿ ਅੱਜ ਜੇ 98.6 ਦਾ ਜਿਹੜਾ ਜੋ ਵੀ ਟੈਂਪਰੇਚਰ ਹੈ, ਉਸ ਤੋਂ ਉੱਪਰ ਚਲਾ ਜਾਂਦਾ, ਵੱਧ ਗਿਆ ਨਾ ਗਰਮੀ, ਕੀ ਬਣ ਜਾਂਦਾ? ਬੁਖਾਰ। ਬੁਖਾਰ ਬਣ ਗਿਆ ਨਾ। ਉਹ ਵਧੀ ਹੋਈ ਗਰਮੀ ਬੁਖਾਰ ਹੈ ਤੇ ਘਟੀ ਹੋਈ ਗਰਮੀ ਹੈ ਤੁਖਾਰ। ਸਹਿਜ ਤੋਂ ਥੱਲੇ ਚਲਾ ਗਿਆ ਨਾ, ਠੰਡਕ ਵਾਲੇ ਪਾਸੇ, ਠੰਡਾ ਹੋ ਗਿਆ, ਕਠੋਰ ਹੋ ਗਿਆ, ਉਹ ਹੋ ਗਿਆ ਤੁਖਾਰ। ਇਹੀ ਤੁਖਾਰ ਜਿਹੜਾ ਲੈ ਕੇ ਬੈਠੇ ਸੀ ਜਦੋਂ ਗੁਰੂ ਨਾਨਕ ਸਾਹਿਬ ਸਿੱਧਾਂ ਕੋਲ ਗਏ ਨੇ। ਧਰਮੀ ਸੀ, ਠੰਡਕ ਸੀ, ਪਰ ਕਠੋਰ ਹੋ ਗਏ, ਕੰਦਰਾਂ 'ਚ ਬਹਿ ਗਏ। ਲੋਕੀ ਤੜਪ ਰਹੇ ਨੇ, ਉਹਨਾਂ ਨੂੰ ਕੋਈ ਮਤਲਬ ਨਹੀਂ ਹੈਗਾ। ਜ਼ੁਲਮ ਹੋ ਰਿਹਾ, ਰਾਜਸੀ ਜ਼ੁਲਮ ਹੋ ਰਿਹਾ, ਧਾਰਮਿਕ ਮਤਲਬ ਸ਼ੋਸ਼ਣ ਹੋ ਰਿਹਾ, ਸਭ ਕੁਝ ਹੋ ਰਿਹਾ, ਉਹਨਾਂ ਨੂੰ ਕੋਈ ਲੈਣਾ ਦੇਣਾ। ਉਹ ਕਠੋਰ ਹੋ ਗਏ, ਬਰਫ਼ ਬਣ ਗਏ। ਤੇ ਗੁਰੂ ਸਾਹਿਬ ਨੇ ਕਿਹਾ ਸਭ ਬੈਠੇ ਪਰਬਤੀ ਕੌਣ ਜਗਤ ਕੋ ਪਾਰ। ਤੁਸੀਂ ਇੱਥੇ ਆ ਕੇ ਬਹਿ ਗਏ, ਕਠੋਰ ਹੋ ਗਏ, ਤੁਖਾਰ ਆ ਗਿਆ ਤੁਹਾਡੇ ਵਿੱਚ। ਠੰਡਕ ਤੇ ਆਈ, ਲੇਕਿਨ ਠੰਡਕ ਡਿਗਰੀ ਤੋਂ ਥੱਲੇ ਚਲੇ ਗਏ। ਹੁਣ ਇਹ ਤੁਖਾਰ ਜਿਹੜਾ ਨਾ ਸਿੱਧਾਂ ਵਿੱਚ ਸੀ, ਇਹ ਤੁਖਾਰ ਸਾਡੇ ਵਿੱਚ ਵੀ ਹੈਗਾ, ਸਾਡੇ ਵਿੱਚ ਵੀ ਹੈਗਾ। ਐਸੇ ਐਸੇ ਸਾਡੇ ਵਿੱਚ ਧੜੇ ਬਣੇ ਹੋਏ ਨੇ ਜਿਹੜੇ ਕਿਸੇ ਦੇ ਹੱਥ ਦਾ ਪ੍ਰਸ਼ਾਦ ਨਹੀਂ ਖਾਂਦੇ। ਥਾਲੀ ਟੱਚ ਹੋ ਜਾਏ ਕਿਸੇ ਨਾਲ ਤੇ ਕਹਿੰਦੇ ਨੇ ਜੀ ਅਸੀਂ ਪਿੱਟੇ ਗਏ, ਸਾਡਾ ਵੱਖਰਾ ਲੰਗਰ ਬਣੇਗਾ, ਅਸੀਂ ਵੱਖਰੇ ਹਾਂ, ਪਰ ਅਸੀਂ ਬੜੇ ਧਰਮੀ ਹਾਂ, ਅਸੀਂ ਬੜਾ ਨਾਮ ਜਪਦੇ ਹਾਂ, ਅਸੀਂ ਰੱਬ ਨਾਲ ਸਿੱਧੀ ਸਾਡੀ ਕਨੈਕਸ਼ਨ ਹੈ, ਇਹਨਾਂ ਨਾਲ ਇਹ ਸੰਸਾਰੀਆਂ ਦੇ ਨਾਲ ਅਸੀਂ ਨਹੀਂ ਜੁੜਨਾ, ਅਸੀਂ ਸਾਡੇ ਵੱਖਰਾ ਹੀ ਧੜਾ ਹੈ। ਉਹ ਤੁਖਾਰੀ ਹੋ ਗਏ, ਤੁਖਾਰ ਹੋ ਗਿਆ ਉਹਨਾਂ ਦੇ ਵਿੱਚ, ਕੜਕ ਹੋ ਗਏ, ਕਠੋਰ ਹੋ ਗਏ। ਠੰਡਕ ਤੇ ਆਈ ਲੇਕਿਨ ਡਿਗਰੀ ਤੋਂ ਥੱਲੇ ਚਲੀ ਗਈ। ਹੁਣ ਕਹਿੰਦੇ ਨੇ ਇਹ ਜਿਹੜਾ ਤੁਖਾਰ ਹੈ ਨਾ, ਇਹ ਜਿਹੜਾ ਕੜਕਪਨ ਹੈ ਨਾ, ਇਹ ਜਿਹੜਾ ਬਰਫ਼ ਬਣ ਗਿਆ ਨਾ, ਇਹ ਜਿਹੜਾ ਵੱਖਰਾ ਤੂੰ ਇੱਕ ਹੋਂਦ ਬਣਾ ਕੇ ਬਹਿ ਗਿਆ, ਇੱਕ ਮਤਲਬ ਵਹਿਣ ਤੇਰਾ ਰੁਕ ਗਿਆ, ਇਸ ਤੋਂ ਬਚ ਕੇ ਰਹਿ। ਤੈਨੂੰ ਪਰਮਾਤਮਾ ਮਿਲਿਆ, ਲੇਕਿਨ ਇਸ ਡਿਗਰੀ ਤੱਕ ਜਿਹੜਾ ਪਹੁੰਚ ਗਿਆ ਨਾ, ਪੋਖ ਤੁਖਾਰ ਨਾ ਵਿਆਪੀ, ਕੰਠ ਮਿਲਿਆ ਹਰ ਨਾ ਵਿਆਪੇ ਤੇਰੇ ਅੰਦਰ। ਇਸ ਚੀਜ਼ ਦਾ ਧਿਆਨ ਰੱਖੀ। ਇੱਕ ਡਿਗਰੀ ਤੋਂ ਥੱਲੇ ਪਹੁੰਚੀ ਹੋਈ ਠੰਡਕ ਤੁਖਾਰ ਹੀ ਹੈ। ਮਨ ਬੇਦਿਆ ਚਰਨਾਰ ਬਿੰਦ, ਦਰਸ਼ਨ ਲਗੜਾ ਸਾਹ। ਮਨ ਜਿਹੜਾ ਹੈ ਉਹ ਵਿਨਿਆ ਜਾਏ ਤੇਰਾ, ਭਾਵ ਇੱਕ ਨਿਯਮ ਸਿਸਟਮ ਦੇ ਵਿੱਚ ਹੋਏ। ਵਿਨਣਾ ਕੀ ਹੈ? ਮਤਲਬ ਮੋਤੀ ਜਦੋਂ ਵਿਨਿਆ ਜਾਂਦਾ ਨਾ, ਤਾਂ ਇੱਕ ਸੂਤਰ ਦੇ ਵਿੱਚ ਪੈ ਜਾਂਦਾ, ਇੱਕ ਉਹਨੂੰ ਇੱਕ ਤਰਤੀਬ ਮਿਲ ਜਾਂਦੀ ਹੈ, ਫਿਰ ਉਹ ਇੱਧਰ ਉੱਧਰ ਭੱਜਦਾ ਨਹੀਂ, ਫਿਰ ਉਸੇ ਸੂਤਰ ਦੇ ਵਿੱਚ ਜਿਹੜਾ ਹੈ ਉਸ ਪਿਰੋਇਆ ਜਾਂਦਾ, ਉਹਦੇ 'ਚ ਬੰਨਿਆ ਜਾਂਦਾ। ਦਰਸ਼ਨ ਲਗੜਾ ਸਾਹ। ਦਰਸ਼ਨ ਨੂੰ ਅਸੀਂ ਬੜਾ ਡਿਟੇਲ ਦੇ ਵਿੱਚ ਅਸੀਂ ਪਹਿਲੇ ਸਮਝਿਆ। ਦਰਸ਼ਨ ਦਾ ਮਤਲਬ ਹੁੰਦਾ ਫਲਸਫਾ,
ਫਿਲਾਸਫੀ, ਸਿਧਾਂਤ, ਰਾਹ, ਅਸੀਂ ਬੜੀ ਡਿਟੇਲ ਦਰਸ਼ਨ ਨੂੰ ਅਸੀਂ ਸਮਝਿਆ। ਦਰਸ਼ਨ ਲਗੜਾ ਸਾਹ, ਉਸ ਸਿਧਾਂਤ ਨੂੰ ਜਦੋਂ ਸਮਝੇਗਾ ਨਾ, ਗੁਰਮਤਿ ਦੇ ਉਸ ਪਰਮਾਤਮਾ ਦੇ ਉਸ ਨਿਯਮ ਨੂੰ, ਉਸ ਅਕਾਲ ਪੁਰਖ ਦੇ ਨਿਰੰਕਾਰ ਦੇ ਨਿਯਮ ਨੂੰ ਸਮਝ ਕੇ ਉਹਦੇ ਵਿੱਚ ਬਿਨਿਆ ਜਾਏਗਾ ਨਾ ਜਦੋਂ, ਤਾਂ ਸਮਝੋ ਕਿ ਤੇਰੇ ਅੰਦਰ ਉਹ ਦਰਸ਼ਨ ਤੂੰ ਕੀਤਾ। ਲਗਣਾ ਸਾਹ, ਤਾਂ ਤੇਰੇ ਅੰਦਰ ਸਮਝੋ ਸਾਹ ਚੱਲਦੇ ਨੇ। ਆਖਾਂ ਜੀਵਾਂ ਵਿਸਰੇ ਮਰ ਜਾਣ ਵਾਲੀ ਅਵਸਥਾ ਜਿਹੜੀ ਹੈ। ਓਟ ਗੋਬਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹ। ਓਟ ਗੋਬਿੰਦ ਉਸ ਅਕਾਲ ਪੁਰਖ ਦੀ ਓਟ, ਆਸਰਾ, ਰਾਏ, ਰਾਏ ਤੋਂ ਭਾਵ ਹੁੰਦਾ ਵੱਡਾ, ਸਾਰੇ ਉਸ ਅਕਾਲ ਪੁਰਖ ਦੇ ਹੀ ਨਾਮ ਨੇ। ਸੇਵਾ ਸੁਆਮੀ ਲਾਹ, ਇਹ ਸੇਵਾ ਹੁਣ ਉਸ ਅਕਾਲ ਪੁਰਖ ਦੇ ਨਿਯਮਾਂ ਦੇ ਵਿੱਚ ਬੈਠਣਾ, ਉਹਦੇ ਨਿਯਮਾਂ ਦੇ ਵਿੱਚ ਵਰਤਣਾ, ਇਹ ਸੇਵਾ ਹੈ। ਤੂੰ ਜਿਹੜੀ ਸੇਵਾ ਕਰ ਰਿਹਾ ਨਾ, ਉਹ ਤੇ ਕੱਕਰਾਂ ਵਾਂਗ, ਹੁਣ ਜਿਹੜੇ ਜੇ ਆਮ ਲੋਕਾਂ ਦੇ ਵਿੱਚ ਆਏ ਨਾ ਤੇ ਉਹ ਕਠੋਰ ਹੀ ਹੋਏ, ਉਹ ਸੇਵਾ ਵੀ ਕਰਕੇ ਆਪਣੇ ਆਪ ਨੂੰ ਹੰਕਾਰ ਹੀ ਆਇਆ ਉਹਦੇ 'ਚ। ਸੇਵਾ ਤੋਂ ਕੋਈ ਨਿਮਰਤਾ ਆਣੀ ਸੀ, ਲੇਕਿਨ ਉਲਟਾ ਕੰਮ ਹੋਇਆ। ਸੇਵਾ ਅਸੀਂ ਉਹ ਕੀਤੀ ਜਿਹਦੀ ਕੋਈ ਵਰਥ ਹੀ ਨਹੀਂ ਹੈ। ਕੋਈ ਵਰਥ ਹੈ ਅਸੀਂ ਕਿ ਅਸੀਂ ਲੱਖ 2-2 ਲੱਖ ਰੁਪਏ ਦੇ ਸਟਾਲ ਲਾ ਕੇ ਅਸੀਂ ਲੋਕਾਂ ਨੂੰ ਲੈਣ ਲਵਾ ਕੇ ਅਸੀਂ ਬਣਾ ਰਹੇ ਹਾਂ? ਇਹ ਕੋਈ ਸੇਵਾ? ਇਹ ਸੇਵਾ ਨਹੀਂ ਹੈ। ਕੀ ਲੋੜ ਹੈ ਉਹਨਾਂ ਨੂੰ? ਉਹਨਾਂ ਦੀ ਲੋੜ ਨੂੰ ਅਸੀਂ ਪੂਰਾ ਨਹੀਂ ਕੀਤਾ। ਮੈਨੂੰ ਪਿੱਛੇ ਜਿਹੇ ਫੋਨ ਆਇਆ ਇੱਕ, ਉਹ ਕਹਿੰਦੇ ਜੀ ਅਸੀਂ ਲੰਗਰ ਅਸੀਂ ਉਹ ਥੈਲੀਆਂ ਬਣਾ ਕੇ ਇੱਕ ਹਫ਼ਤੇ ਦਾ ਲੰਗਰ ਦੇਣਾ ਗਰੀਬਾਂ ਨੂੰ। ਮੈਂ ਕਿਹਾ ਫਿਰ ਇੱਕ ਹਫ਼ਤੇ ਬਾਅਦ ਕੀ ਕਰੋਗੇ? ਇੱਕ ਹਫ਼ਤਾ ਮਤਲਬ ਤੁਸੀਂ ਉਹਨਾਂ ਨੂੰ ਬੇਕਾਰ ਕਰ ਦਿੱਤਾ। ਗੁਰੂ ਨਾਨਕ ਸਾਹਿਬ ਦਾ ਸਿਧਾਂਤ ਸੀ ਕਿਰਤੀ ਬਣਾਉਣ ਦਾ, ਤੁਸੀਂ ਕਿਰਤ ਕਰੋ। ਤੇ ਅਸੀਂ ਉਹਨਾਂ ਨੂੰ ਕਹਿਤਾ ਵੀ ਇੱਕ ਹਫ਼ਤਾ ਤੁਸੀਂ ਕੰਮ ਨਾ ਕਰੋ, ਸਾਡੇ ਕੋਲ ਲੈ ਜਾਓ, ਥੈਲੀਆਂ ਲੈ ਜਾਓ ਸਾਡੇ ਕੋਲ। ਇਹ ਗੁਰੂ ਨਾਨਕ ਦਾ ਸਿਧਾਂਤ ਨਹੀਂ ਹੈ। ਉਹ ਕੈਂਸਲ ਕਰ ਦਿੱਤਾ ਉਹਨਾਂ ਨੇ ਬਾਅਦ 'ਚ। ਇਹ ਗੁਰਮਤਿ ਦਾ ਸਿਧਾਂਤ ਨਹੀਂ ਹੈਗਾ। ਜਿਹੜੀ ਲੋੜ ਹੀ ਨਹੀਂ ਹੈ। ਹੁਣ ਉਹ ਜਿਸ ਤਰ੍ਹਾਂ ਉਹ ਸਕੂਲ ਟੀਚਰ ਨੇ ਕਿਹਾ ਨਾ ਕਿ ਬਈ ਬੱਚਿਆਂ ਨੂੰ ਕਿਹਾ ਕਿ ਕੋਈ ਨਾ ਕੋਈ ਅੱਛਾ ਕੰਮ ਕਰੋ, ਤੇ ਕੱਲ ਮੈਂ ਤੁਹਾਡੇ ਕੋਲ ਪੁੱਛਾਂਗਾ ਤੁਸੀਂ ਕਿਹੜਾ ਅੱਛਾ ਕੰਮ ਕੀਤਾ। ਘਰ ਜਾ ਕੇ ਨਾ ਤੁਸੀਂ ਕੋਸ਼ਿਸ਼ ਕਰੋ ਕਿ ਕੋਈ ਵਧੀਆ ਕੰਮ, ਅੱਛਾ ਕੰਮ ਕਰਕੇ ਆਓ। ਕੱਲ ਮੈਂ ਸੁਣਾਉਣਾ, ਦੱਸਣਾ ਕੀ ਕੰਮ ਕਰਕੇ ਆਏ। ਅਗਲੇ ਦਿਨ ਉਹਨੇ ਪੁੱਛਿਆ ਆ ਕੇ ਬਈ ਕੋਈ ਤੁਸੀਂ ਪਰਉਪਕਾਰੀ ਦਾ ਕੋਈ ਅੱਛਾ ਕੰਮ, ਕੋਈ ਚੰਗਾ ਕੰਮ ਕੀਤਾ? ਇੱਕ ਬੱਚਾ ਖੜਾ ਹੋਇਆ, ਕਹਿੰਦਾ ਹਾਂ ਜੀ ਮੈਂ ਕੀਤਾ। ਕਹਿੰਦਾ ਦੱਸ ਬੇਟਾ ਕੀ ਕਰਕੇ ਆਇਆ? ਕਹਿੰਦਾ ਮੈਂ ਇੱਕ ਬੁੱਢੀ ਨੂੰ ਨਾ ਸੜਕ ਪਾਰ ਕਰਾਈ ਹੈ। ਕਹਿੰਦਾ ਵੈਰੀ ਗੁੱਡ, ਬਹੁਤ ਵਧੀਆ ਕੰਮ ਕਰਾਇਆ ਬਈ, ਤੂੰ ਬਹੁਤ ਅੱਛਾ ਕੰਮ ਕੀਤਾ। ਕਹਿੰਦਾ ਹੋਰ ਕੋਈ? ਇੱਕ ਹੋਰ ਬੱਚਾ ਉੱਠਿਆ, ਕਹਿੰਦਾ ਮੈਂ ਵੀ ਚੰਗਾ ਕੰਮ ਕੀਤਾ। ਕਹਿੰਦਾ ਤੂੰ ਕੀ ਕੀਤਾ ਬਈ? ਕਹਿੰਦਾ ਮੈਂ ਇੱਕ ਬੁੱਢੀ ਨੂੰ ਵੀ ਸੜਕ ਪਾਰ ਕਰਾਈ। ਉਹ ਹੈਰਾਨ ਹੋਇਆ, ਕਹਿੰਦਾ ਉਹਨੇ ਵੀ ਸੜਕ ਪਾਰ ਕਰਾਈ ਬੁੱਢੀ ਨੂੰ, ਉਹਨੇ ਵੀ ਕਰਾ ਦਿੱਤੀ। ਕਹਿੰਦਾ ਚਲੋ ਚੰਗਾ ਕੰਮ ਹੈ, ਤੂੰ ਵੀ ਅੱਛਾ ਕੰਮ ਕੀਤਾ ਵੀ। ਇੱਕ ਹੋਰ ਬੱਚਾ ਉੱਠਿਆ, ਕਹਿੰਦਾ ਮੈਂ ਵੀ ਇੱਕ ਬੁੱਢੀ ਨੂੰ ਸੜਕ ਪਾਰ ਕਰਾਈ। ਉਹ ਕਹਿੰਦਾ ਕਮਾਲ ਹੈ, ਤੁਸੀਂ ਤਿੰਨੋਂ ਬੰਦਿਆਂ ਨੇ ਇੰਨੀਆਂ ਮਤਲਬ ਬੁੱਢੀਆਂ ਹੈਗੀਆਂ ਸੀ ਜਿਹੜੀਆਂ ਸੜਕ ਪਾਰ ਕਰਾ ਕੇ ਆਏ ਹੋ। ਉਹ ਕਹਿੰਦਾ ਨਹੀਂ ਜੀ, ਅਸੀਂ ਦਰਅਸਲ ਤਿੰਨਾਂ ਨੇ ਇੱਕੋ ਬੁੱਢੀ ਨੂੰ ਸੜਕ ਪਾਰ ਕਰਾਈ। ਉਹ ਕਹਿੰਦਾ ਅੱਛਾ, ਮਤਲਬ ਉਹ ਬੜੀ ਲਾਚਾਰ ਹੋਏਗੀ, ਬਿਮਾਰ ਹੋਏਗੀ, ਮਤਲਬ ਚੁੱਕ ਕੇ ਕਰਾਇਆ ਹੋਏਗਾ ਤੁਸੀਂ। ਉਹ ਕਹਿੰਦਾ ਨਹੀਂ, ਉਹ ਲਾਚਾਰ ਬਿਮਾਰ ਨਹੀਂ ਸੀ, ਦਰਅਸਲ ਸੜਕ ਤੇ ਪਾਰ ਕਰਨਾ ਹੀ ਨਹੀਂ ਸੀ ਜਾਂਦੀ, ਉਹ ਅਸੀਂ ਤੇ ਘੜੀਸ ਕੇ ਜ਼ਬਰਦਸਤੀ ਕਰਾ ਕੇ ਆਏ। ਇਹ ਅਸੀਂ ਪਰਉਪਕਾਰੀ ਦਾ ਕੰਮ ਕੀਤਾ, ਤੁਸੀਂ ਕਿਹਾ ਸੀ। ਬਸ ਇਸ ਤਰ੍ਹਾਂ ਹੀ ਬੁੱਢੀਆਂ ਦੇ ਅਸੀਂ ਸੜਕ ਪਾਰ ਕਰਾ ਰਹੇ ਹਾਂ। ਪੈਂਟਾਂ ਕਮੀਜ਼ਾਂ ਪਾਈਆਂ ਹੋਈਆਂ, ਕਾਰਾਂ ਤੇ ਬੈਠੇ ਹੋਏ ਹੈ, 5-5, 7-7 ਲੱਖ ਦੀ ਗੱਡੀਆਂ, ਉਹਨੂੰ ਰੋਕ ਕੇ ਕਹਿੰਦੇ ਲੋ ਜੀ ਆ ਪ੍ਰਸ਼ਾਦਾ ਖਾ ਕੇ ਜਾਓ। ਹੈ ਉਹਨਾਂ ਨੂੰ ਇਹ ਪਰਉਪਕਾਰ ਹੈ? ਇਹ ਹੈ ਨਾ ਬੁੱਢੀਆਂ ਨੂੰ ਸੜਕ ਪਾਰ ਕਰਾਉਣ ਵਾਲੀ ਜ਼ਬਰਦਸਤੀ ਗੱਲ। ਅਸੀਂ ਇਹ ਕਰ ਰਹੇ ਹਾਂ, ਇਹ ਸੇਵਾ ਸਾਡੀ। ਅਸੀਂ ਇਹਨੂੰ ਸੋਚਦੇ ਅਸੀਂ ਸੇਵਾ ਕੀਤੀ। ਗੁਰਮਤਿ ਦਾ ਸਿਧਾਂਤ ਨਹੀਂ। ਬਸ ਉਹ ਸੇਵਾ ਕਰਕੇ ਵੀ ਨਾ ਜਿਹੜਾ ਉਹ ਸੇਵਾ ਕਰਕੇ ਵੀ ਫਿਰ ਹੰਕਾਰ, ਫਿਰ ਬਰਫ਼ ਕੱਕਰ ਬਣ ਗਿਆ। ਅਸੀਂ ਬੜੀ ਇੰਨੇ ਲੱਖ ਰੁਪਏ ਦਾ ਸਟਾਲ ਲਾਇਆ ਸੀ ਅਸੀਂ, ਇੰਨਿਆਂ ਨੂੰ ਲੰਗਰ ਛਕਾ ਦਿੱਤਾ, ਇੰਨੇ ਪ੍ਰਸ਼ਾਦੇ ਬਣਾਏ, ਇੰਨੇ ਬ੍ਰੈਡ ਪਕੌੜੇ ਬਣਾਏ, ਇੰਨੇ ਅਸੀਂ ਉਹ ਪੂਰਾ ਹਿਸਾਬ ਰੱਖਿਆ ਹੋਇਆ। ਇਹ ਬਰਫ਼ ਕਠੋਰ ਹੋ ਗਿਆ, ਕੱਕਰ ਪੈ ਗਿਆ। ਧਰਮੀ ਹੋਣ ਦਾ ਹੰਕਾਰ ਵੀ ਪੈਦਾ ਹੋ ਗਿਆ, ਨਾਲ ਡਿਗਰੀ ਤੋਂ ਥੱਲੇ ਚਲੇ ਗਏ। ਕੇਵਲ ਤੇ ਕੇਵਲ ਉਹ ਕਹਿੰਦੇ ਹੋ ਪੀਤ ਪਇਓ ਹੈ ਵਿੱਚੋ, ਸੁਰਤ ਦੇਸ ਨਿਕਟਾਇਓ, ਪਾਂਬੀਰੀ ਕੇ ਪਾਰ ਦੋ। ਇੱਕ ਜਿਹੜਾ ਨਾ ਬਿਨ ਪੇਖੇ ਦੁਰਾਇਓ, ਇੱਕ ਪਰਮਾਤਮਾ ਦਾ ਤੇ ਉਹਦਾ ਇੱਕ
ਜਿਹੜਾ ਭੰਬੀਰੀ ਹੁੰਦਾ ਨਾ, ਇੱਕ ਉਹ ਜਿਹੜਾ ਉੜਨ ਵਾਲੀ ਉਹ ਹੁੰਦੀ ਹੈ, ਉਹ ਜਿਹੜਾ ਉੜਦਾ ਇੱਕ ਕੀਟ ਜਿਹਾ ਹੁੰਦਾ, ਪੰਖ, ਉਹਦੇ ਪੰਖ ਦੇ ਜਿੰਨੀ ਸਿਰਫ ਇੱਕ ਦੂਰੀ ਹੈ, ਇਤਨਾ ਪਤਲਾ ਪੜਦਾ ਹੈ ਉਸ ਅਕਾਲ ਪੁਰਖ ਦਾ ਤੇ ਇਨਸਾਨ ਦਾ। ਲੇਕਿਨ ਇਤਨੀ ਵੀ ਜਿਹੜੀ ਹੈ ਨਾ ਦੂਰੀ ਹੋ ਜਾਂਦੀ ਹੈ, ਨਜ਼ਰ ਨਹੀਂ ਆਉਂਦਾ ਕੁਛ, ਬਸ ਇਤਨਾ ਹੀ ਪੜਦਾ ਓਂਕਾਰ ਦਾ, ਹੋਂ ਪੀਤ, ਉਹ ਓਂਕਾਰ ਦਾ ਪੜਦਾ ਜਿਹੜਾ ਅੰਦਰ ਪੈ ਗਿਆ। ਨਹੀਂ, ਨਾਨਕ ਹੁਕਮੇ ਜੇ ਬੁਝੇ, ਜਿਸ ਤਰ੍ਹਾਂ ਉਹਦੇ ਲਿਖਿਆ ਨਾ, ਮਨ ਬੇਦਿਆ ਚਰਨ, ਮਨ ਹੁਕਮੇ ਜੇ ਬੁਝੇ ਤਾਂ ਹੋ ਮੈਂ ਕਹਿਣਾ ਕੋਈ, ਉਹ ਜਿਹੜੀ ਪੋਜੀਸ਼ਨ ਨਹੀਂ ਆ ਪਾਉਂਦੀ। ਵਿਖਿਆ ਪੋਹ ਨਾ ਸਕਈ ਮਿਲ ਸਾਧੂ ਗੁਣਗਾਹ। ਵਿਖਿਆ ਜੇ ਇਸ ਤਰੀਕੇ ਨਾਲ ਚੱਲੇ, ਮਨ ਨੂੰ ਭੇਦ ਕੇ, ਭਾਵ ਉਸ ਅਕਾਲ ਪੁਰਖ ਦੇ ਭਾਣੇ ਦੇ ਵਿੱਚ, ਉਸ ਦੀ ਰਜ਼ਾ, ਉਸ ਦੇ ਨਿਯਮ ਸਿਸਟਮ ਦੇ ਵਿੱਚ ਚੱਲੇ। ਵਿਖਿਆ ਪੋਹ ਨਾ ਸਕਈ ਮਿਲ ਸਾਧੂ ਗੁਣਗਾਹ। ਹੁਣ ਸਾਧੂ ਉਸ ਸਦੇ ਹੋਏ ਦੇ ਵਿੱਚੋਂ ਗੁਣ ਗਾਹ ਹੁੰਦਾ, ਭਾਵ ਉਹਦੇ ਵਿੱਚੋਂ ਕੱਢਣਾ। ਅਤੇ ਗਾਓ ਨਹੀਂ, ਗਾਣ ਦਾ, ਗਾ ਦਾ ਮਤਲਬ ਗਾਣਾ ਨਹੀਂ ਹੈ, ਗਾ ਦਾ ਮਤਲਬ ਹੁੰਦਾ ਉਹ ਜਿਸ ਤਰ੍ਹਾਂ ਖੇਤੀ ਹੁੰਦੀ ਹੈ, ਫਸਲ, ਉਹਦੇ ਵਿੱਚੋਂ ਜੋ ਦਾਣੇ ਕੱਢਦੇ ਨੇ ਨਾ ਜਿਹੜੇ, ਹਾਂ, ਉਹ ਗਾਹ ਪਾਉਂਦੇ ਨੇ, ਛੁਪੇ ਹੋਏ ਦਾਣੇ ਕੱਢਣੇ, ਉਹ ਗੁਣ ਵਿੱਚੋਂ ਕੱਢਣੇ। ਗੁਣ ਸਾਡੇ ਅੰਦਰ ਨੇ, ਗੁਣ ਸਾਰੇ ਚਾਰੋਂ ਪਾਸੇ ਗੁਣ ਉਸ ਅਕਾਲ ਪੁਰਖ ਦੇ ਖਿਲ ਰਹੇ ਹੋਏ ਨੇ, ਨਿਰੰਕਾਰ ਦੇ। ਸਾਨੂੰ ਸਾਡੀ ਅੱਖਾਂ ਨਹੀਂ ਨਜ਼ਰ ਆਉਂਦੀਆਂ, ਸਾਨੂੰ ਕਿ ਅਸੀਂ ਕਿੱਥੋਂ ਕਿਹੜੇ ਗੁਣ ਲੈ ਸਕਦੇ ਹਾਂ। ਗਾਹ, ਜਿਹਨੂੰ ਅਸੀਂ ਜਪਜੀ ਸਾਹਿਬ ਦੇ ਅਖਰੀ ਗਿਆਨ ਗੀਤ ਗੁਣ ਗਾਹ, ਉਹ ਗੁਣ ਗਾਹ ਜਿਹੜਾ ਹੁੰਦਾ ਨਾ, ਉਹ ਭਾਵ ਉਸ ਛੁਪੇ ਹੋਏ ਖਜ਼ਾਨੇ ਦੇ ਵਿੱਚੋਂ, ਉਸ ਛੁਪੇ ਹੋਏ ਦਾਣਿਆਂ ਦੇ ਵਿੱਚੋਂ ਉਹਦੇ ਵਿੱਚੋਂ ਸਿੱਟਿਆਂ ਦੇ ਵਿੱਚੋਂ ਦਾਣੇ ਕੱਢਣੇ, ਇਹ ਹੈਗਾ ਗਾਹ। ਜਹ ਤੇ ਉਪਜੀ ਤਹ ਮਿਲੀ ਸੱਚੀ ਪ੍ਰੀਤ ਸਮਾਹ। ਜਹ ਤੇ ਉਪਜੀ, ਜਿੱਥੋਂ ਉਪਜਿਆ ਸੀ, ਉਸ ਅਕਾਲ ਪੁਰਖ ਨਿਰੰਕਾਰ ਦੇ ਵਿੱਚੋਂ ਹੀ ਪੈਦਾ ਹੋਇਆ ਸੀ। ਕਹੋ ਕਬੀਰ ਰਾਮ ਕੀ ਅੰਸ਼, ਉੱਥੋਂ ਪੈਦਾ ਹੋਇਆ ਸੀ। ਲੇਕਿਨ ਬਣਿਆ ਕੀ? ਬਰਫ਼ ਬਣ ਗਿਆ, ਆਪਣੀ ਹੋਂਦ ਇੱਕ ਵੱਖਰੀ ਬਣਾ ਕੇ ਬਹਿ ਗਿਆ, ਦੂਜਿਆਂ ਨੂੰ ਵੱਖਰਾ ਬਣਾ ਦਿੱਤਾ। ਹੁਣ ਇੱਥੇ ਇੱਕ ਬਰਫ਼ ਪਈ ਹੈ, ਤੁਸੀਂ ਆਪਣੇ ਜਦੋਂ ਪਹਾੜਾਂ ਤੇ ਜਾਓ, ਬਰਫ਼ ਪਈ ਹੁੰਦੀ ਹੈ, ਨਾਲ ਹੀ ਪਾਣੀ ਵਹਿ ਰਿਹਾ ਹੁੰਦਾ, ਪਾਣੀ ਵੀ ਨਾਲ ਹੀ ਵਹਿ। ਹੁਣ ਉਹ ਪਾਣੀ ਜਿਹੜਾ ਤੁਰ ਕੇ ਨਦੀਆਂ 'ਚ ਜਾ ਕੇ ਤੇ ਕਿਸ ਤਰ੍ਹਾਂ ਉਹ ਜਾ ਕੇ ਸਮੁੰਦਰ 'ਚ ਮਿਲ ਜਾਂਦਾ, ਬਰਫ਼ ਪਈ ਰਹਿੰਦੀ ਹੈ, ਕਿਉਂਕਿ ਵੱਖਰੀ ਹੋਂਦ ਬਣ ਗਈ, ਕਠੋਰ ਹੋ ਗਈ, ਹਾਰਡ ਹੋ ਗਿਆ, ਸਖਤ ਹੋ ਗਿਆ, ਉਹ ਮਿਲ ਨਹੀਂ ਪਾਉਂਦਾ ਉਸ ਪਾਣੀ ਦੇ ਵਿੱਚ। ਕਠੋਰਤਾ ਦਾ ਜਦੋਂ ਗੱਲ ਕਰਦੇ ਨਾ, ਕਿ ਜਦੋਂ ਜਿਹਦਾ ਕਠੋਰ ਹੈ ਨਾ, ਜਿਹੜਾ ਅੰਦਰੋਂ ਕਠੋਰ ਹੈ, ਉਹ ਕਦੀ ਵੀ ਉਸ ਅਕਾਲ ਪੁਰਖ, ਉਸ ਨਿਰੰਕਾਰ ਦੇ ਨਾਲ ਮਿਲ ਨਹੀਂ ਸਕਦਾ। ਜਿਨਕੇ ਚਿੱਤ ਕਠੋਰ ਹੈ ਸੇ ਬਹਿ ਨਾ ਸਤਿਗੁਰ ਪਾਸ। ਕਠੋਰ ਇਨਸਾਨ ਕਦੀ ਵੀ ਉਸ ਅਕਾਲ ਪੁਰਖ ਨਾਲ ਭੇਦ ਨਹੀਂ ਹੋ ਸਕਦਾ। ਔਰ ਇੱਥੇ ਕਠੋਰਤਾ ਦਾ ਮਤਲਬ ਹੈ ਜਿਹੜਾ ਆਪਣੇ ਆਪ ਨੂੰ ਧਰਮੀ ਸਮਝਦਾ ਬਹੁਤ ਜ਼ਿਆਦਾ, ਔਰ ਦੂਜਿਆਂ ਨੂੰ ਵੱਖਰਾ ਸਮਝਦਾ, ਆਪਣੀ ਵੱਖਰੀ ਹੋਂਦ ਬਣਾ ਕੇ। ਹੁਣ ਬਰਫ਼ ਤੇ ਪਾਣੀ 'ਚ ਫਰਕ ਨਹੀਂ ਹੈਗਾ, ਕੋਈ ਪ੍ਰੋਪਰਟੀਜ਼ ਕੋਈ ਫਰਕ ਨਹੀਂ ਹੈਗਾ, ਲੇਕਿਨ ਉਹਦੀ ਸ਼ਕਲ ਵੱਖਰੀ ਹੋ ਗਈ। ਕਿਸੇ ਨੇ ਕੋਈ ਕੱਪੜੇ ਪਾ ਲਏ, ਨੀਲੇ ਪੀਲੇ ਹਰੇ ਚਿੱਟੇ, ਕਿਸੇ ਨੇ ਗੋਲ ਪੱਗ ਬੰਨ ਲਈ, ਕਿਸੇ ਨੇ ਕੁਛ ਪਾ ਲਿਆ, ਕਿਸੇ ਨੇ ਕੋਈ ਬਾਣਾ ਪਾ ਲਿਆ, ਕੋਈ ਕਿਸੇ ਸੋਚ ਬਣਾ ਕੇ ਬੈਠ ਗਿਆ ਕਿ ਅਸੀਂ ਤੇ ਬਸ ਧਰਮੀ ਹੈਗੇ ਨੇ, ਇਹਨਾਂ ਨਾਲ ਤਾਂ ਗੱਲ ਹੀ ਨਹੀਂ ਕਰਨੀ ਸੀ, ਪਿੱਟ ਜਾਵਾਂਗੇ ਅਸੀਂ। ਤੇ ਇਹ ਕੀ ਹੈਗੇ ਨੇ ਸਾਡੇ ਅੱਗੇ? ਅਸੀਂ ਤੇ ਸਵੇਰੇ 3 ਵਜੇ ਉੱਠ ਕੇ ਨਾਮ ਜਪਣ ਵਾਲੇ ਆ, ਇਹ ਪਾਪੀ ਨੇ, ਇਸ ਤਰ੍ਹਾਂ ਦੀ ਭਾਵਨਾਵਾਂ ਲੈ ਕੇ ਬੈਠੇ ਨੇ। ਸਭ ਕੁਝ ਸਾਡਾ ਵੱਖਰਾ ਹੋਏਗਾ। ਲੇਕਿਨ ਉਹਨੂੰ ਗੁਰੂ ਸਾਹਿਬ ਕਹਿੰਦੇ, ਜੈ ਤੇ ਉਪਜੀ ਤਹ ਮਿਲੀ ਸੱਚੀ ਪ੍ਰੀਤ ਸਮਾਹ। ਜੇ ਤੋਂ ਉਪਜੀਏ, ਜੇ ਸੱਚੀ ਪ੍ਰੀਤ ਹੋਏ ਤਾਂ ਉਹਦੇ ਵਿੱਚ ਮਿਲ ਸਕਦਾ। ਸੱਚੀ ਪ੍ਰੀਤ ਕੀ ਹੈ? ਉਸ ਸੂਰਜ ਦਾ ਨਿੱਘ ਮਿਲੇ, ਨਿੱਘ ਵੀ ਨਾਲ ਹੋਏ, ਤੈਨੂੰ ਉਹਦੇ ਆਮ ਲੋਕਾਂ ਦੇ ਵਿੱਚ ਜਾ ਕੇ ਬੈਠਣ ਦੀ, ਵਿੱਚ ਦੁਨੀਆ ਸੇਵ ਕਮਾਈਏ ਵਾਲੀ ਗੱਲ ਵੀ, ਧਾਰ ਭਾਵਨਾ ਵੀ ਪਤਾ ਲੱਗੇ। ਜਿਹਨੂੰ ਕਹਿੰਦੇ ਨੇ ਸੂਰਜ ਕਿਰਨ ਮਿਲੇ। ਬਰਫ਼ ਪਈ ਸੀ ਇੱਕ ਪਾਸੇ, ਹੁਣ ਉਹ ਕਹਿੰਦੇ ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ। ਹੁਣ ਨਿੱਘ ਮਿਲੀ ਨਾ, ਹੁਣ ਹੈ ਤੇ ਜਲ ਹੀ ਸੀ। ਪਹਿਲਾ ਜਲ ਬਰਫ਼ ਹੈ, ਦੂਸਰਾ ਜਲ ਜਿਹੜਾ ਪਾਣੀ ਹੈ। ਜਲ ਕਾ ਜਲ ਹੁਆ ਰਾਮ, ਜੋਤ ਮਿਲੀ, ਸੰਪੂਰਨ ਥੀ ਆਰਾਮ। ਹੁਣ ਉਹਦੇ ਨਾਲ ਪਾਣੀ ਦੇ ਨਾਲ ਪਾਣੀ ਮਿਲ ਗਿਆ, ਹੁਣ ਸੰਪੂਰਨ ਹੋਇਆ, ਹੁਣ ਕੰਪਲੀਟ ਹੋਇਆ। ਹੁਣ ਅੱਗੇ ਜਾ ਕੇ ਉਹਦਾ ਸਮੁੰਦਰ ਜਾ ਕੇ ਮਿਲਣ ਦਾ ਚਾਂਸ ਹੈਗਾ। ਅਦਰਵਾਈਜ਼ ਪਿਆ ਕਈ ਸਾਲਾਂ ਤੋਂ ਬਰਫ਼ ਪਈ ਹੈ, ਪਤਾ ਨਹੀਂ ਕਈ ਵਰੇ ਪਈ ਰਹਿੰਦੀ ਹੈ, ਹਿਲਦੀ ਨਹੀਂ।
क्योंकि निग नहीं मिलता। कर गए लीहनी पार ब्रह्म बहुड़ न विछड़ियां। जिस ਜਦੋਂ ਅਭੇਦਤਾ ਦੇ ਨਾਲ ਇਸ ਤਰ੍ਹਾਂ ਮਿਲਦਾ ਨਾ, ਫਿਰ ਸਮਝੋ ਕਿ ਪਰਮਾਤਮਾ ਨੇ, ਉਸ ਅਕਾਲ ਪੁਰਖ ਨੇ, ਉਸ ਪਾਰ ਬ੍ਰਹਮ ਨੇ ਤੈਨੂੰ ਆਪ ਬਾਹੋਂ ਫੜਿਆ। ਨਹੀਂ ਤੇ ਸਾਨੂੰ ਇਹ ਹੰਕਾਰ ਹੁੰਦਾ ਕਿ ਮੈਂ ਫੜਿਆ, ਮੈਂ ਪਾਲਿਆ। ਤੁਖਾਰ ਦਾ ਮਤਲਬ ਹੈ ਕਿ ਮੈਂ। ਮੇਲੇ ਜਾਏ ਨਾ ਕੋਈ ਬੱਚੇ ਨੂੰ ਆਪਣੇ ਨਾਲ ਲੈ ਕੇ, ਤੇ ਕਿੰਨਾ ਉਹ ਮੂਰਖ ਇਨਸਾਨ ਹੁੰਦਾ ਹੈ। ਮੇਲੇ 'ਚ ਭੀੜ ਹੋਏ ਤੇ ਕਿਸੇ ਬੱਚੇ ਨੂੰ ਕਹਿ ਲੈ ਤੂੰ ਮੇਰੀ ਉਂਗਲ ਫੜ ਲੈ, ਮੇਰਾ ਹੱਥ ਫੜ ਲੈ, ਤੇ ਅਸੀਂ ਚੱਲਦੇ ਹਾਂ ਘੁੰਮਣ। ਜੇ ਭੀੜ ਆ ਜਾਏ ਥੋੜਾ ਟਾਈਮ ਬਾਅਦ, ਕਦੇ ਜ਼ੋਰ ਦੀ ਧੱਕਾ ਲੱਗੇ, ਬੱਚੇ ਦੇ ਉਂਗਲ 'ਚ ਕਿੰਨੀ ਜਾਨ ਹੈਗੀ, ਬੱਚੇ ਦੇ ਹੱਥ 'ਚ ਕਿੰਨੀ ਛੁੱਟ ਸਕਦੀ ਹੈ। ਲੇਕਿਨ ਸਿਆਣਾ ਪਿਓ ਹੋਏਗਾ, ਉਹ ਕਹੇਗਾ, ਉਹ ਕਦੀ ਨਹੀਂ ਇਹ ਕਹਿੰਦਾ ਕਿ ਤੂੰ ਮੇਰੀ ਉਂਗਲ ਫੜੇ, ਮੇਰੀ ਬਾਂਹ ਫੜ। ਉਹ ਉਹਦੀ ਬਾਂਹ ਫੜਦਾ ਬੱਚੇ ਦੀ, ਕਿਉਂਕਿ ਉਹਦੀ ਤਾਕਤ ਜ਼ਿਆਦਾ, ਉਹ ਨਹੀਂ ਛੁੱਟਣ ਦਿੰਦਾ। ਜੇ ਬੱਚੇ ਨੂੰ ਕਹੇਗਾ ਤੂੰ ਮੇਰੀ ਬਾਂਹ ਫੜ ਲੈ, ਕਦੀ ਨਹੀਂ ਵਿਛੜ ਜਾਏਗਾ। ਇੱਥੇ ਅਸੀਂ ਉਲਟਾ ਕਰਦੇ ਹਾਂ। ਅਸੀਂ ਕਹਿੰਦੇ ਮੈਂ ਉਹ ਤੁਖਾਰ ਆ। ਕਰ ਗਹਿ ਲੀਨੀ ਪਾਰ ਬ੍ਰਹਮ ਬਹੁੜ ਨਾ ਵਿਛੜੀਆਂ। ਜੇ ਉਹ ਅਕਾਲ ਪੁਰਖ ਫੜ ਲੈ ਨਾ ਬਾਂਹ, ਫਿਰ ਨਹੀਂ ਵਿਛੜਦਾ। ਕੰਮ ਉਲਟਾ ਹੈ। ਉਹਦਾ ਮਤਲਬ ਹੈ ਸਰੈਂਡਰ, ਬਿਲਕੁਲ ਆਪਣੇ ਆਪ ਨੂੰ ਸਰੈਂਡਰ ਕਰ ਦੇਣਾ। ਬਾਹਰ ਜਾਓ ਲਖ ਬੇਰੀਆ ਹਰ ਸੱਜਣ ਅਗਮ ਅਗਾਹ। ਉਸ ਅਕਾਲ ਪੁਰਖ, ਉਸ ਸੱਜਣ, ਉਸ ਪ੍ਰਭੂ ਦੇ ਉੱਤੇ ਮੈਂ ਕਈ ਵਾਰਨੇ ਜਾਂਦਾ ਜਦੋਂ ਇਸ ਚੀਜ਼ ਦਾ ਪਤਾ ਲੱਗਦਾ ਕਿ ਮੇਰੀ ਬਾਂਹ ਹੁਣ ਉਸ ਨਿਰੰਕਾਰ ਨੇ ਫੜੀ ਹੈ। ਫਿਰ ਆਉਂਦਾ ਸਰੈਂਡਰੈਂਸ, ਫਿਰ ਆਉਂਦੀ ਪੂਰੀ ਤਰ੍ਹਾਂ ਇੱਕ ਨਿਰਮਾਣਤਾ ਦੀ ਗੱਲ। ਫਿਰ ਉਹ ਆਪਣੇ ਆਪ ਦੀ ਵੱਖਰੀ ਹੋਂਦ ਨਹੀਂ ਬਣਾਉਂਦਾ। ਹੁਣ ਉਹਨੂੰ ਪਤਾ ਲੱਗਦਾ ਕਿ ਮੈਂ ਸਾਰਿਆਂ ਵਕਣੀ ਆ, ਸਭ ਮੈਂ ਜੋਤ ਹੈ, ਸੋਈ ਵਾਲੀ ਗੱਲ ਸਮਝ ਆਉਂਦੀ ਹੈ। ਕੋਈ ਮੈਂ ਵੱਖਰਾ ਹੋਂਦ ਬਣਾ ਕੇ ਨਹੀਂ ਬੈਠਾ, ਕੋਈ ਵੱਖਰੀ ਕਠੋਰਤਾ ਨਹੀਂ ਆਉਂਦੀ ਉਹਦੇ ਅੰਦਰ। ਸਰਮ ਪਈ ਨਾਰਾਇਣੇ ਨਾਨਕ ਦਰ ਪਰੀਆਂ। ਉਸ ਸਗਲ ਦੁਆਰ ਕੋ ਛੱਡ ਕੇ ਗਏ ਤੁਹਾਰੋ ਦੁਆਰ ਵਾਲੀ ਗੱਲ। ਫਿਰ ਸਾਰੀ ਦੁਆਰ ਨੂੰ ਛੱਡ ਕੇ ਫਿਰ ਉਹ ਇੱਕ ਸ਼ਰਨ ਦੇ ਵਿੱਚ, ਇੱਕ ਸਰੈਂਡਰ ਦੀ ਅਵਸਥਾ ਦੇ ਵਿੱਚ ਜੇ ਪੈ ਜਾਏ ਤੇ ਤਾਂ ਜਿਹੜੀ ਹੈ ਨਾਨਕ ਦਰ, ਉਸ ਦਰ ਪੜੀਆਂ ਦੀ ਜਿਹੜੀ ਹੈ ਫਿਰ ਉਹ ਉਸਦੀ ਸ਼ਰਮ, ਉਸਦੀ ਲਾਜ ਰੱਖੀ ਜਾਂਦੀ ਹੈ। ਪੋਕ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਬੇਪਰਵਾਹ। ਜਿਸ ਨੂੰ ਐਸੀ ਬਖਸ਼ਿਸ਼ ਮਿਲੀ ਹੈ ਨਾ ਸਰੈਂਡਰੈਂਸ ਦੀ, ਜੇ ਉਹਨੇ ਐਸੀ ਬਖਸ਼ਿਸ਼ ਪ੍ਰਾਪਤ ਕਰ ਲਈ ਹੈ, ਇਸ ਭਾਵਨਾ ਦੇ ਵਿੱਚ ਆ ਗਿਆ ਕਿ ਮੈਂ ਕੋਈ ਵੱਖਰਾ, ਕੋਈ ਮੇਰੇ ਅੰਦਰ ਐਸੀ ਕੋਈ ਖਾਸ ਹੋਂਦ ਨਹੀਂ ਹੈਗੀ, ਉਸੀ ਪਰਮਾਤਮਾ ਦੀ ਜੋਤ ਆ ਮੈਂ। ਸਿਰਫ ਉਹਨੂੰ ਸਮਝ ਕੇ ਮੈਂ ਆਪਣੀ ਇੱਕ ਉਹਨੂੰ ਸਮਝਣਾ, ਸਰੈਂਡਰ ਦੀ ਅਵਸਥਾ 'ਚ ਜਾਂਦਾ ਨਾ, ਫਿਰ ਪੋਖ ਸੁਹੰਦਾ। ਇੱਥੇ ਸੁਹੰਦਾ ਨੂੰ ਦੇਖਾਂਗੇ ਤੇ ਮਾਤਰਾ 2 ਲੱਗੀਆਂ ਹੈਗੀਆਂ, ਊੜਾ ਵੀ ਲੱਗਿਆ ਤੇ ਹੋੜਾ ਵੀ ਲੱਗਿਆ ਸੱਸੇ ਨੂੰ। ਇਹਦਾ ਉਚਾਰਨ ਤੇ ਜੋ ਹੋਏਗਾ ਸੁਹੰਦਾ, ਲੇਕਿਨ ਜਦੋਂ ਅਸੀਂ ਅਰਥ ਕਰਾਂਗੇ ਤਾਂ ਸੋਹੰਦਾ। ਅਰਥ ਜਿਹੜਾ ਹੈਗਾ ਸੁਹੰਦਾ, ਲੇਕਿਨ ਉਹ ਕਾਵ ਰਚਨਾ ਦੀ ਜਿਹੜੀ ਉਹ ਵਜਨ ਕੰਪਲੀਟ ਪੂਰਾ ਕਰਨਾ ਹੁੰਦਾ ਸੀ। ਤੇ ਇਹ ਉਹਦਾ ਇੱਕ ਕਾਵ ਦਾ ਇੱਕ ਪੋਇਟਰੀ ਦੀ ਇੱਕ ਚਾਲ ਹੈ। ਜਿਸ ਤਰ੍ਹਾਂ ਅਸੀਂ ਪੜ੍ਹਦੇ ਹਾਂ, ਸਹਿਸ ਤਵ ਨੈਣ ਨੈਣ ਹੈ ਤੋਏ ਕਹੋ, ਸਹਿਸ ਮੂਰਤ ਨੈਣਾ ਏਕ ਤੋਹੀ। ਹੁਣ ਤੋਹੀ ਨੂੰ, ਤੱਤੇ ਨੂੰ ਹੋੜਾ ਵੀ ਲੱਗਾ ਤੇ ਔਂਕੜ ਵੀ ਲੱਗੀ, ਪੜ੍ਹ ਕੇ ਦੇਖਣਾ ਉਹਦੇ ਵਿੱਚ ਦੋਨੋਂ ਮਾਤਰਾ ਲੱਗੀਆਂ। ਲੇਕਿਨ ਉੱਥੇ ਪੜ੍ਹਨਾ ਸੀ ਤੋਹੀ ਹੈ, ਲੇਕਿਨ ਅਰਥ ਲੈਣੇ ਨੇ ਤੂੰ ਹੀ। ਤੋਹੀ ਕੋਈ ਹੁਣ ਸਹਿਸ ਤਵ ਨੈਣ ਨੈਣ ਹੈ ਤੋਏ ਕਹੋ, ਸਹਿਸ ਮੂਰਤ ਨੈਣਾ ਏਕ ਤੂੰ ਹੀ, ਅਰਥ ਤੂੰ ਹੀ ਕਰਨੇ ਨੇ। ਲੇਕਿਨ ਜਦੋਂ ਪੜ੍ਹਨਾ ਤੇ ਤੋਹੀ, ਤੇ ਤੋਹੀ ਦੇ ਨਾਲ ਮੋਹੀ ਦਾ ਜਿਹੜਾ ਕਾਵ ਮਿਲਦਾ ਹੈ, ਕਾਫੀਆ ਮਿਲਦਾ। ਸੇਮ ਇਸੇ ਤਰ੍ਹਾਂ ਇੱਥੇ ਪੋਕ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾਹ। ਅਰਥ ਅਸੀਂ ਲੈਣੇ ਨੇ ਸੁਹੰਦਾ, ਉਹ ਪੋਖ ਦਾ ਮਹੀਨਾ, ਉਹ ਪੋਹ ਦਾ ਮਹੀਨਾ, ਉਹ ਉਦੋਂ ਜਦੋਂ ਅੰਦਰ ਉਸ ਅਕਾਲ ਪੁਰਖ ਦੀ ਜਿਹੜਾ ਵਾਸਾ ਹੈ ਨਾ, ਉਹ ਫਿਰ ਸੁਖਾਵਾ ਹੋ ਜਾਂਦਾ, ਜਿਸ ਨੂੰ ਇਸ ਤਰ੍ਹਾਂ ਦੀ ਬਖਸ਼ਿਸ਼ ਮਿਲਦੀ ਹੈ। ਜਿਹਨੇ ਇਸ ਤਰ੍ਹਾਂ ਦੀ ਬਖਸ਼ਿਸ਼ ਜਿਹੜੀ ਪ੍ਰਾਪਤ ਕੀਤੀ ਹੈ, ਆਪਣੇ ਆਪ ਨੂੰ ਇਸ ਕਾਬਲ ਬਣਾਇਆ ਕਿ ਇਸ ਪੋਹ ਦੇ ਮਹੀਨੇ ਦੀ ਜਿਹੜੀ ਹੈ ਇਹ ਵਿਚਾਰ ਹੈ ਕਿ ਉਹ ਜਦੋਂ ਇਹ ਠੰਡਕ ਆਏ, ਲੇਕਿਨ ਠੰਡਕ ਦੇ ਨਾਲ ਨਾਲ ਤੂੰ ਉਸ ਅਕਾਲ ਪੁਰਖ ਦਾ ਨਿੱਘ ਵੀ ਮਾਣੇ, ਕੇਵਲ ਆਪਣੇ ਆਪ ਨੂੰ ਤੁਖਾਰ ਨਾ ਆ ਜਾਏ ਤੇਰੇ ਅੰਦਰ। ਸੋ ਇਹ ਪੂਰੀ ਸ਼ਬਦ ਦਾ ਜਿਹੜਾ ਵਿਚਾਰ ਸੀ ਸਿਰਫ ਇਸ ਡਾਇਰੈਕਸ਼ਨ ਵਾਲਾ ਕਿ ਜਿਹੜਾ ਇਨਸਾਨ ਦੇ ਅੰਦਰ ਠੰਡਕ ਤੇ ਆਈ ਹੈ, ਲੇਕਿਨ ਠੰਡਕ ਨੂੰ ਉਹ ਇੱਕ ਡਿਗਰੀ ਤੋਂ
ਅੱਗੇ ਤੱਕ ਨਾ ਲੈ ਜਾਏ ਕਿ ਉਹਦੇ ਅੰਦਰ ਇੱਕ ਕਠੋਰਤਾ ਆ ਜਾਏ। ਹੁਣ ਅਗਲੇ ਮਹੀਨੇ ਜੋ ਸਾਨੂੰ ਵਿਚਾਰ ਮਿਲੇਗੀ ਅੱਗੇ ਕੀ ਸੀਕੁਐਂਸ ਦੇ ਵਿੱਚ ਸਾਨੂੰ ਗੁਰੂ ਪਾਤਸ਼ਾਹ ਜੋ ਬਖਸ਼ਿਸ਼ ਕਰਨਗੇ ਵਿਚਾਰ ਕਰਾਂਗੇ। ਭੁੱਲਾ ਚੁੱਕਾ ਦਿਖੀਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।